ਨਾਨਕ ਹੋਸੀ ਭੀ ਸਚ। ਸ਼੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾਂ ਜੀ ਹਿਰਦੇ ਧਿਆਵਾਂ। ਸ੍ਰੀ ਗੁਰ ਰਾਮਦਾਸ ਗੁਣ ਗਾਵਾਂ। ਸ੍ਰੀ ਅਰਜਨ ਬਿਘਨਨ ਕੇ ਨਾਸ਼ਕ ਜੀ ਬਿਘਨਨ ਕੇ ਨਾਸ਼ਕ। ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ ਜੀ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ। ਸ੍ਰੀ ਗੁਰ ਗੋਬਿੰਦ ਸਿੰਘ ਵਿਸਾਲਾ ਜੀ। ਤਰੋਂ ਤਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਵਈਆ ਅੰਦਰ ਸ਼੍ਰੀ ਹਰਿ ਮੰਦਰ ਕੇ ਗੁਰ ਸੁੰਦਰ ਰੂਪ ਬਿਰਾਜਤ ਹੈ। ਸੰਗਤ ਆਵਤ ਹੈ ਇਕ ਜਾਤ ਨਿਹਾਰਤ ਹੀ ਅਘ ਭਾਜਤ ਹੈ। ਅੰਦਰ ਸ਼੍ਰੀ ਹਰਿ ਮੰਦਰ ਕੇ ਗੁਰ ਸੁੰਦਰ ਰੂਪ ਬਿਰਾਜਤ ਹੈ। ਸੰਗਤ ਆਵਤ ਹੈ ਇਕ ਜਾਤ ਨਿਹਾਰਤ ਹੀ ਅਘ ਭਾਜਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਹਾਜ਼ਰਾ ਹਜੂਰ ਜਹਰਾ ਜਹੂਰ। ਦੀਨਾ ਬੰਧੂ ਗਰੀਬ ਨਵਾਜ ਮਿਹਰਾਮਤਾਂ ਦਾ ਸਾਗਰ। ਨਿਹਚਲ ਚੌਰ ਛਤਰ ਤਖਤ ਦੇ ਮਾਲਕ। ਨਿਮਾਣਿਆਂ ਦੇ ਮਾਣ ਗੁਰੂ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ। ਧੰਨ ਧੰਨ ਸਾਹਿਬ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਗਰੀਬ ਨਵਾਜ ਜੀਆਂ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ
ਆਪਾਂ ਆਪਣਿਆਂ ਨੇਤਰਾਂ ਨੂੰ ਸਫਲਿਆਂ ਬਣਾਇਆ ਹੈ। ਮਿਹਰਾਮਤਾਂ ਦਇਆ ਦੇ ਸਦਕਾ ਕਲਯੁਗ ਦੇ ਸਮੇਂ ਅੰਦਰ ਇਹ ਪਾਵਨ ਪਵਿੱਤਰ ਸਾਧ ਸੰਗਤ ਦੀਆਂ ਘੜੀਆਂ, ਜਿਨ੍ਹਾਂ ਦਾ ਸੁਭਾਗ ਆਨੰਦ ਆਪਾਂ ਨਿਤਾ ਪ੍ਰਤੀ ਮਾਣ ਰਹੇ ਹਾਂ। ਸੰਧਿਆ ਦੇ ਸਜ ਰਹੇ ਦੀਵਾਨ ਅੰਦਰ ਲੜੀਵਾਰ ਰੂਪ ਅੰਦਰ ਚੱਲ ਰਹੀ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅੰਮ੍ਰਿਤ ਰੂਪ ਗਾਥਾ, ਜਿਸ ਵਿੱਚ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਗਰੀਬ ਨਵਾਜ ਜੀਆਂ ਦੇ ਪਾਵਨ ਪਵਿੱਤਰ ਜੀਵਨ ਤੋਂ ਆਪਾਂ ਜਾਣੂ ਹੋ ਰਹੇ ਹਾਂ। ਜਥਾ ਪ੍ਰਸੰਗ ਖਾਲਸਾ ਜੀ ਪਿਛਲੇ ਦੀਵਾਨ ਵਿੱਚ ਆਪਾਂ ਸਰਵਣ ਕੀਤਾ। ਕਵੀ ਜੀਆਂ ਇਹ ਦੱਸਣਾ ਕੀਤਾ ਜਾਂ ਕਹੋ ਵੀ ਬਾਬਾ ਰਾਮ ਕੌਰ ਜੀ ਸਿੰਘਾਂ ਨੂੰ ਦੱਸਦੇ, ਪੁੱਛਣ 'ਤੇ ਵੀ ਬਾਬਾ ਜੀ ਅੱਗੇ ਇਤਿਹਾਸ ਸੁਣਾਓ। ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਬਚਪਨ ਤੋਂ ਲੈ ਕੇ ਗੁਰਿਆਈ ਤੋਂ ਲੈ ਕੇ ਸਿੱਖਾਂ ਨੂੰ ਧਾਰਨ ਤੱਕ ਦੇ ਬੜੇ ਪ੍ਰਸੰਗ ਸੁਚੱਜੇ ਢੰਗ ਨਾਲ ਸੁਣਾਏ। ਇਹ ਸੁਣਾਓ ਵੀ ਪਾਤਸ਼ਾਹ ਦੀ ਸ਼ਹੀਦੀ ਦੇ ਕੀ ਕਾਰਨ ਬਣੇ, ਕਿਵੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਗੁਰਿਆਈ 'ਤੇ ਬੈਠੇ। ਤੋ ਬਾਬਾ ਰਾਮ ਕੌਰ ਜੀ ਸਤਿਪੁਰਖਾਂ ਨੇ ਸਾਧ ਸੰਗਤ ਜੀ ਇਤਿਹਾਸ ਸੁਣਾਉਣਾ ਆਰੰਭ ਕੀਤਾ ਕਿ ਸੁਣੋ ਭਾਈ, ਦੁਨਿਆਵੀ ਤਖਤ ਭਾਰਤ ਦੇ ਤਖਤ 'ਤੇ ਬੈਠਾ ਬਾਦਸ਼ਾਹ ਰਾਜਾ ਜਹਾਂਗੀਰ, ਜਿਸ ਦੇ ਤੁੱਲ ਹੋਰ ਕੋਈ ਧਰਤੀ 'ਤੇ ਮਹਾਨ ਸਮਕਾਲੀ ਸਮਰਾਟ ਨਹੀਂ। ਵੱਡੇ ਵੱਡੇ ਰਾਜੇ ਰਜਵਾੜੇ ਜਗੀਰਦਾਰ ਪਹਾੜੀ ਪੂਰਬ ਪੱਛਮ ਦੱਖਣ ਦੇ ਸਭ ਰਾਜੇ ਉਸ ਦੀ ਈਣ ਮੰਨਦੇ, ਕੋਈ ਵੀ ਉਸ ਨਾਲ ਜੰਗ ਕਰਨ ਨੂੰ ਤਿਆਰ ਨਹੀਂ। ਇੰਨਾ ਤੇਜ ਪ੍ਰਤਾਪ ਵਧਿਆ ਤੇ ਇਹੋ ਜਿਹੇ ਪ੍ਰਤਾਪੀ ਰਾਜੇ ਦਾ ਅੱਗੇ ਦੀਵਾਨ ਹੈ ਚੰਦੂ, ਔਰ ਚੰਦੂ ਦਾ ਹੁਕਮ ਸਭ ਪਾਸੇ ਚੱਲਦਾ ਹੈ। ਜਹਾਂਗੀਰ ਤੋਂ ਬਾਅਦ ਜੇ ਕੋਈ ਹਿੰਦੁਸਤਾਨ ਵਿੱਚ ਤਾਕਤ ਰੱਖਦਾ ਹੈ ਉਹ ਚੰਦੂ ਹੈ। ਚੰਦੂ ਦੇ ਘਰ ਵਿੱਚ ਇੱਕ ਪੁੱਤਰੀ ਨੇ ਜਨਮ ਲਿਆ, ਜਿਸ ਦਾ ਨਾਮ ਸਦਾ ਕੌਰ ਰੱਖਿਆ ਗਿਆ। ਸਦਾ ਕੌਰ ਦੇ 7-8 ਵਰ੍ਹਿਆਂ ਦੀ ਉਮਰ ਹੋਣ 'ਤੇ ਪਹਿਲਾਂ ਜੈਸੇ ਰਿਵਾਜ ਸਨ ਕਿ ਬਚਪਨ ਵਿੱਚ ਹੀ ਵਰ ਵੇਖਣ ਲੱਗ ਜਾਂਦੇ, ਤੋ ਮੁਕਲਾਵਾ ਜਿਹੜਾ ਉਹ ਬਾਅਦ ਵਿੱਚ ਦਿੱਤਾ ਜਾਂਦਾ ਰਿਹਾ, ਵਿਵਾਹ ਹੋ ਜਾਂਦੇ ਸਨ। ਦਵਿਜ ਬ੍ਰਾਹਮਣਾਂ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਚੰਦੂ ਦੁਆਰਾ ਹੰਕਾਰ ਸਹਿਤ ਵੀ ਮੈਂ ਆਪਣੀ ਪੁੱਤਰੀ ਦਾ ਰਿਸ਼ਤਾ ਉੱਥੇ ਕਰਾਂਗਾ। ਮੇਰੇ ਜਿੱਡੀ ਉੱਚੀ ਕੁਲ ਖਾਨਦਾਨ ਔਰ ਮੇਰੇ ਜਿੰਨੀ ਦੌਲਤ ਸੰਪੱਤੀ ਹੋਵੇਗੀ, ਮੇਰੇ ਵਾਂਗੂ ਤਾਕਤ ਰੱਖਦਾ ਹੋਵੇ, ਅਤੇ ਵਰ ਜਿਹੜਾ ਹੈ ਲੜਕਾ ਉਹ ਬਹੁਤ ਸੁੰਦਰ ਖੂਬਸੂਰਤ ਹੋਵੇ। ਸੁਣ ਕੇ ਬ੍ਰਾਹਮਣ ਆਪਣੇ ਨਾਲ ਇੱਕ ਰਾਜੇ ਨੂੰ ਨਾਈ ਨੂੰ ਲੈ ਕਰਕੇ ਕੁਝ ਜਿਹੜੇ ਵੈ ਰਖਵਾਲੇ ਸੈਨਿਕ ਚੰਦੂ ਤੋਂ ਲੈ ਕੇ ਚੰਦੂ ਦੀ ਪੁੱਤਰੀ ਦੇ ਵਾਸਤੇ ਵਰ ਢੂੰਡਣ ਵਾਸਤੇ ਸਾਰੇ ਭਾਰਤ ਵਰਸ਼ ਅੰਦਰ ਫਿਰਦੇ ਰਹੇ। ਜੇ ਕਿਤੋਂ ਉੱਚੀ ਜਾਤ ਮਿਲਦੀ, ਚੰਦੂ ਦੀਆਂ 3 ਸ਼ਰਤਾਂ ਇਕੱਠੀਆਂ ਪੂਰੀਆਂ ਨਾ ਹੁੰਦੀਆਂ, ਸੁੰਦਰ ਸਰੂਪ ਨਾ ਮਿਲਦਾ। ਜੇ ਸੁੰਦਰ ਸਰੂਪ ਵਾਲਾ ਕੋਈ ਲੜਕਾ ਮਿਲਦਾ, ਉੱਚੀ ਜਾਤ ਨਾ ਮਿਲਦੀ। ਉੱਚੀ ਜਾਤ ਅਤੇ ਸੁੰਦਰ ਸਰੂਪ ਵਾਲਾ ਜੇ ਕੋਈ ਮਿਲਦਾ ਤਾਂ ਸੰਪੱਤੀ ਵਿੱਚ ਚੰਦੂ ਦੇ ਬਰਾਬਰ ਨਹੀਂ ਸੀ। ਕਈ ਮਹੀਨੇ ਸਾਲ ਲੰਘ ਗਏ, ਪਰ ਕਿਤੋਂ ਵੀ ਚੰਦੂ ਦੀ ਪੁੱਤਰੀ ਵਾਸਤੇ ਯੋਗ ਵਰ ਨਾ ਪ੍ਰਾਪਤ ਹੋਇਆ। ਇਹ ਬ੍ਰਾਹਮਣ ਜਿਹੜੇ ਵਰ ਵੇਖਣ ਆਏ, ਪੰਜਾਬ ਵਿੱਚ ਆਣ ਵੜੇ, ਲਾਹੌਰ ਵਿੱਚ ਆਏ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀ ਸਿੱਖੀ ਸੇਵਕੀ ਲਾਹੌਰ ਵਿੱਚ ਫਲੀਭੂਤ ਹੋ ਰਹੀ ਹੈ। ਇਹਨਾਂ ਉੱਥੇ ਕਿਸ ਮਨੁੱਖਾਂ ਕੋਲ ਗੱਲ ਕੀਤੀ, ਸਿਆਣਿਆਂ ਦਾਨਿਆਂ ਪ੍ਰਧਾਨਿਆਂ ਕੋਲ।
ਕਿ ਬਾਦਸ਼ਾਹ ਜਹਾਂਗੀਰ ਦੇ ਦੀਵਾਨ ਚੰਦੂ ਦੀ ਪੁੱਤਰੀ ਵਾਸਤੇ ਅਸੀਂ ਵਰ ਲੱਭ ਰਹੇ ਹਾਂ। 3 ਸ਼ਰਤਾਂ ਵੀ ਦੱਸ ਦਿੱਤੀਆਂ। ਯੋਗ ਵਰ ਲੱਭਦਾ ਨਹੀਂ ਕਿਤੋਂ, ਅਸੀਂ ਬੜੇ ਸਮੇਂ ਦੇ ਫਿਰ ਫਿਰ ਕੇ ਵੇਖਿਆ। ਉਹਨਾਂ ਦੱਸਿਆ ਸਿੱਖਾਂ ਨੇ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੁਆਈ ਤਖਤ ਦੇ 5ਵੇਂ ਮਾਲਕ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ, ਉਹਨਾਂ ਦੇ ਘਰ ਵਿੱਚ ਸਭ ਕੁਝ ਮਿਲੇਗਾ। ਉਹਨਾਂ ਦਾ ਸਾਹਿਬਜ਼ਾਦਾ ਹੈ ਹਰਗੋਬਿੰਦ ਸਾਹਿਬ। ਜੇ ਤੁਸੀਂ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਜਾਓ ਇੱਕ ਵਾਰੀ ਤੇ ਵੇਖੋ, ਜੇ ਤੁਹਾਨੂੰ ਚੰਗਾ ਲੱਗੇ, ਜੇ ਰਿਸ਼ਤਾ ਚੰਦੂ ਦੀ ਧੀ ਦਾ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਨੂੰ ਹੁੰਦਾ ਤੇ ਚੰਦੂ ਵੱਡੇ ਭਾਗਾਂ ਵਾਲਾ ਹੈ। ਸੁਣ ਕੇ ਬ੍ਰਾਹਮਣ ਬੜੇ ਖੁਸ਼ ਹੋਏ। ਫਿਰ ਸਾਧ ਸੰਗਤ ਜਿਵੇਂ ਇਹ ਅੰਮ੍ਰਿਤਸਰ ਸਾਹਿਬ ਪਹੁੰਚੇ, ਅੰਮ੍ਰਿਤਸਰ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ ਸ਼ਾਨੋ ਸ਼ੌਕਤ ਵੇਖੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸੁਰਿੰਦਰ ਸਰੂਪ ਵੇਖ ਕੇ ਦੰਗ ਰਹਿ ਗਏ। ਜਾਣਿਆ ਵੀ ਇੰਨੀ ਆਭਾ ਸੋਭਾ ਤਾਂ ਚੰਦੂ ਦੇ ਘਰ ਦੀ ਨਹੀਂ ਕਿ ਬਾਦਸ਼ਾਹ ਜਹਾਂਗੀਰ ਦੇ ਘਰ ਦੀ ਵੀ ਨਹੀਂ। ਤੇ ਚੰਦੂ ਦੀ ਪੁੱਤਰੀ ਦਾ ਰਿਸ਼ਤਾ ਜੇ ਇੱਥੇ ਹੋਵੇ ਤੇ ਚੰਦੂ ਬੜਾ ਖੁਸ਼ ਹੋਵੇਗਾ। ਇਹ ਸੋਚ ਕੇ ਜਿਵੇਂ ਨਾ ਮਹਾਰਾਜ ਨਾਲ ਗੁਫ਼ਤਗੂ ਕੀਤੀ, ਉਹ ਕਥਾ ਪ੍ਰਸੰਗ ਅੱਜ ਆਰੰਭ ਹੋਵੇਗਾ। ਚਿੱਤ ਬਿਰਤੀ ਨੂੰ ਇਕਾਗਰ ਕਰੋ ਜੀ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਗਰੀਬ ਨਵਾਜ ਨੂੰ ਹਿਰਦੇ ਵਸਾਈਏ। ਆਖਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਅੰਦਰ ਸ਼੍ਰੀ ਹਰਿਮੰਦਰ ਕੇ। ਤੋਏ ਸਾਧ ਸੰਗਤ ਜੀ, ਬ੍ਰਾਹਮਣ ਵਰ ਲੱਭਦੇ ਲੱਭਦੇ ਤੇ ਅੰਮ੍ਰਿਤਸਰ ਸਾਹਿਬ ਆਣ ਪਹੁੰਚੇ। ਜਿਵੇਂ ਲਾਹੌਰ ਦੇ ਸਿੱਖਾਂ ਦਾ ਸਿਪਾਹੀ ਅੰਮ੍ਰਿਤਸਰ ਸਾਹਿਬ ਆਉਂਦਿਆਂ ਸਾਰ ਜਦੋਂ ਇਹਨਾਂ ਸ਼ਹਿਰ ਦੀ ਚਹਿਲ ਪਹਿਲ ਵੇਖੀ, ਸੁੰਦਰ ਸਰੂਪ ਵੇਖਿਆ, ਹਰ ਗੁਰੂ ਅਰਜਨ ਦੇਵ ਮਹਾਰਾਜ ਦੇ ਸਿੱਖਾਂ ਦੇ ਚਿਹਰਿਆਂ ਦੇ ਪ੍ਰਤਾਪ ਵੇਖੇ ਦੰਗ ਰਹਿ ਗਏ। ਹੌਲੀ ਹੌਲੀ ਅੱਗੇ ਵੱਧਦੇ ਆਉਂਦੇ ਆ। ਜਦੋਂ ਹਰਿਮੰਦਰ ਸਾਹਿਬ ਦੇ ਅੰਦਰ ਵੜੇ ਹਨ, ਗੁਰ ਸੁੰਦਰ ਰੂਪ ਬਿਰਾਜਤ ਹੈ। ਕੀ ਵੇਖਦੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਹਰ ਇੱਕ ਪਾਸੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਗਰੀਬ ਨਵਾਜ ਮਹਾਰਾਜ ਦਾ ਸੋਹਣਾ ਸੁੰਦਰ ਸਰੂਪ ਦਿਸਦਾ। ਸਤਿਗੁਰੂ ਸ਼ੋਭਾ ਪਾ ਰਹੇ ਹਨ। ਸੰਗਤ ਆਵਤ ਹੈ ਇੱਕ ਜਾਤ। ਇੱਕ ਆਉਂਦਾ ਇੱਕ ਸਿੱਖ ਜਾਂਦਾ ਹੈ। ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਤੁਰੀਆਂ ਆਉਂਦੀਆਂ ਤੁਰੀਆਂ ਜਾਂਦੀਆਂ ਹਨ। ਨਿਹਾਰਤ ਹੀ ਅਘ ਭਾਜਤ ਹੈ। ਸਤਿਗੁਰਾਂ ਦੇ ਦਰਸ਼ਨ ਨਿਹਾਰਤ ਕਹੀਏ, ਦੇਖਣ ਦੇ ਨਾਲ ਹੀ ਸਾਰੇ ਦੁੱਖ ਬਿਘਨ ਕਲੇਸ਼ ਨਾਸ਼ ਹੋ ਰਹੇ ਸਿੱਖਾਂ ਦੇ। ਗਾਵਤ ਰਾਗ ਰਬਾਬੀ ਕਨੇ। ਤੇ ਇੱਕ ਪਾਸੇ ਬਹੁਤ ਰਾਗੀ ਸਿੱਖ ਬੈਠੇ ਹੋਏ ਰਾਗਾਂ ਦੇ ਅੰਦਰ ਰਬਾਬਾਂ ਫੜ ਫੜ ਕੇ ਕੀਰਤਨ ਗਾ ਰਹੇ ਹਨ। ਥਿਰ ਆਗੇ ਸੁਬਾਦਤ ਬਾਜਤ ਹੈ। ਮਹਾਰਾਜ ਦੇ ਅੱਗੇ ਟਿਕ ਕਰਕੇ ਰਾਗੀ ਸਿੱਖ ਸਾਹਿਬਾਨ ਬੜਾ ਸੁੰਦਰ ਕੀਰਤ ਕਰਦੇ ਹੈ। ਸੋਹਣੇ ਵਾਜੇ ਵੱਜਦੇ ਹੈ, ਰਾਗਾਂ ਵਿੱਚ ਕੀਰਤਨ ਹੋ ਰਿਹਾ ਹੈ। ਹੋਤ ਅਨੇਕਨ ਕੀ ਅਰਦਾਸ। ਤੇ ਜਿਹੜੇ ਕੋਈ ਮੇਵੜੇ ਸਿੱਖ ਹੈ, ਅਰਦਾਸੀਏ, ਉਹ ਅਨੇਕਾਂ ਸਿੱਖਾਂ ਦੀਆਂ ਅਰਦਾਸਾਂ ਕਰਦੇ ਹੈ। ਬੜਾ ਸ਼ਾਨੋ ਸ਼ੌਕਤ ਸੋਹਣੀ ਸੁੰਦਰ ਸਜਦੀ ਚੰਦੋਏ ਝੁੱਲਦੇ ਹੈ। ਤੋ ਪਾਤਸ਼ਾਹ ਮਹਾਰਾਜ ਦੇ ਸਜੇ ਦਰਬਾਰ ਦੇ ਅੰਦਰ ਜਿਹੜੇ ਸਿੱਖ ਹੈ, ਸਿੱਖਾਂ ਦੀਆਂ ਅਰਦਾਸਾਂ ਕਰਦੇ ਅਰਦਾਸੀਏ ਜੋ ਹਨ। ਮਨੋਰਥ ਸੇਵਕ ਸਾਜਤ ਹੈ। ਜਿੰਨੇ ਸੇਵਕ ਹੈ ਸਭ ਦੇ ਮਨੋਰਥਾਂ ਨੂੰ ਸੱਚੇ ਪਾਤਸ਼ਾਹ ਜੀ ਭਾਗ ਲਾਉਂਦੇ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇਹ। ਕੋਈ ਦੁੱਧ ਮੰਗਦਾ ਹੈ, ਕੋਈ ਪੁੱਤ ਮੰਗਦਾ ਹੈ, ਕੋਈ ਮਾਇਆ ਮੰਗਦਾ ਹੈ। ਜੋ ਵੀ ਕੋਈ ਮੰਗਦਾ ਹੈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਭ ਦੇ ਮਨੋਰਥ ਪੂਰੇ ਕਰ ਰਹੇ ਹਨ। ਸਵਈਆ ਦੇਖ ਪ੍ਰਤਾਪ ਵਿਸ਼ਾਲ ਗੁਰੂ। ਤੇ ਅਰਦਾਸਾਂ ਕਰ ਕਰਕੇ ਸਿੱਖ ਖਾਲਸਾ ਦੀ ਸੰਗਤ ਵਿੱਚ ਬਹਿੰਦੇ ਜਾਂਦੇ ਹੈ। ਇਹਨਾਂ ਆਏ ਹੋਏ ਬ੍ਰਾਹਮਣਾਂ ਨੇ ਗਰੀਬ ਨਵਾਜ ਗੁਰੂ ਦੇਵ ਦਾ ਜਦੋਂ ਮਹਾਨ ਪ੍ਰਤਾਪ ਸੋਭਾ ਤੇਜ ਵੇਖਿਆ ਹੈ। ਕਹ ਵਿਪਰ ਆਨੰਦ ਲਹਿਓ ਔਰ ਭਾਰੀ। ਤੇ ਬ੍ਰਾਹਮਣਾਂ ਨੇ ਮਨ ਵਿੱਚ ਬੜਾ ਆਨੰਦ ਲਿਆ
ਕਿਉਂਕਿ ਭਾਰਤ ਵਰਸ਼ ਸਾਰਾ ਹੀ ਤੁਰ ਫਿਰ ਕੇ ਵੇਖ ਲਿਆ ਸੀ, ਐਡਾ ਡਾਢਾ ਘਰ ਨਹੀਂ ਕਿਤੋਂ ਮਿਲਿਆ, ਇੰਨਾ ਤੇਜ ਪ੍ਰਤਾਪ। ਕਿਉਂਕਿ ਜਹਾਂਗੀਰ ਦੇ ਬਾਦਸ਼ਾਹ ਦੇ ਦਰਬਾਰ ਵਿੱਚ ਵੀ ਇਹ ਜਾਂਦੇ ਸਨ, ਪਰ ਉਹ ਸਾਧ ਸੰਗਤ ਜੀ ਬਾਦਸ਼ਾਹ ਦਾ ਦਰਬਾਰ ਹੈ, ਇਹ ਸੱਚੇ ਪਾਤਸ਼ਾਹ ਦਾ ਘਰ ਹੈ। ਸੰਸਾਰ ਦੇ ਸਾਰਿਆਂ ਤਖਤਾਂ ਤਾਜਾਂ ਨਾਲੋਂ ਇਹ ਤਖਤ ਵੱਡਾ, ਕਿਉਂਕਿ ਪਰਮੇਸ਼ਰ ਦਾ ਘਰ ਹੈ। ਤੇ ਪਰਮੇਸ਼ਰ ਦੇ ਘਰ ਵਿੱਚ ਜਾ ਕੇ ਕਿਹਦਾ ਨਹੀਂ ਮਨ ਪਸੀਜਦਾ, ਕਿਹਦਾ ਮਨ ਪ੍ਰਸੰਨ ਨਹੀਂ ਹੁੰਦਾ। ਬ੍ਰਾਹਮਣਾਂ ਨੇ ਸੰਸਾਰੀ ਰਾਜਿਆਂ ਦੇ ਬੜੇ ਘਰ ਵੇਖੇ, ਰਜਵਾੜਿਆਂ ਦੇ ਘਰ ਲੱਭਦੇ ਫਿਰੇ ਰਿਸ਼ਤੇ ਵਾਸਤੇ, ਪਰ ਇਹੋ ਜਿਹਾ ਘਰ ਵੇਖ ਕੇ ਇਹਨਾਂ ਦੀ ਰੂਹ ਖੁਸ਼ ਹੋ ਗਈ ਹੈ। ਚੰਦੂ ਮਨਿੰਦ ਹੈ ਕੈਦੋਂ ਬਿਲੰਦ ਹੈ। ਤੇ ਮਨ ਵਿੱਚ ਬ੍ਰਾਹਮਣ ਸੋਚਦਾ ਹੈ ਵੀ ਇਹ ਤਾਂ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਘਰ ਚੰਦੂ ਦੇ ਬਰਾਬਰ ਕਹੀਏ, ਜਾਂ ਅਸਲ ਵਿੱਚ ਵਾਸਤਵ ਵਿੱਚ ਵਿਚਾਰ ਕੇ ਵੇਖੀਏ ਵੀ ਇਹ ਘਰ ਤਾਂ ਚੰਦੂ ਦੇ ਘਰ ਤੋਂ ਵੀ ਵੱਡਾ ਜਾਪਦਾ ਹੈ। ਮਾਨਤ ਬੰਧਨ ਕੈ ਨਰ ਨਾਰੀ। ਵੇਖਦੇ ਐ ਕਿੰਨਾ ਸੰਸਾਰ ਮੰਨਦਾ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ। ਚੰਦੂ ਨੂੰ ਤਨਖਾਹ ਲੈ ਕੇ, ਜਹਾਂਗੀਰ ਨੂੰ ਤਨਖਾਹ ਲੈ ਕੇ ਸਿਰ ਝੁਕਾਉਂਦੇ ਆ ਨਾ ਸਾਰੇ। ਤੋ ਇੱਥੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰੇਮ ਦੇ ਭਿੱਜੇ ਹੋਏ ਸਿੱਖ ਸੀਸ ਨਿਵਾਉਂਦੇ ਐ। ਕਿੰਨੇ ਸਿੱਖ ਪਾਤਸ਼ਾਹ ਨੂੰ ਸੀਸ ਨਿਵਾਉਂਦੇ ਐ, ਮਨ ਦੇ ਵਿੱਚ ਅਰਦਾਸਾਂ ਕਰਦੇ ਐ। ਨਰ ਮਨੁੱਖ ਸਭ ਇਸਤਰੀ ਮਨੁੱਖ ਝੁਕਦੇ ਪਾਤਸ਼ਾਹ ਦੇ ਅੱਗੇ। ਸ਼੍ਰੀ ਹਰਿ ਗੋਬਿੰਦ ਇਤਨੇ ਮੈਂ। ਤੇ ਗੁਰੂ ਅਰਜਨ ਦੇਵ ਸਾਹਿਬ ਦੀ ਸੋਭਾ ਵੇਖ ਕੇ ਮਨ ਵਿੱਚ ਵਿਚਾਰ ਹੀ ਰਿਹਾ ਸੀ ਬ੍ਰਾਹਮਣ, ਤੇ ਇੰਨੇ ਨੂੰ ਖਾਲਸਾ ਜੀ ਆਜਾਨ ਬਾਹੂ ਮੀਰੀ ਪੀਰੀ ਦੇ ਪਾਤਸ਼ਾਹ ਬਾਦਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਣ ਪਹੁੰਚੇ ਹਨ। ਤਹ ਆਏ ਗਏ ਦੁਤ ਦੀਰਘ ਧਾਰੀ। ਬੜੀ ਸੋਭਾ ਧਾਰਦੇ ਹੋਏ, ਕਿਉਂਕਿ ਉਮਰ ਤਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਉਦੋਂ 9 ਵਰਿਆਂ ਦੀ ਸੀ ਅਜੇ, ਪਰ ਸਰੀਰ ਵੇਖ ਕੇ ਲੱਗਦੇ ਨਹੀਂ ਸੀ ਵੀ 9 ਵਰਿਆਂ ਦੇ ਆ। ਐਨ ਜਰਵਾਣੇ ਤੇ ਝੂਮਦੇ ਹੋਏ ਹਾਥੀ ਵਾਂਗੂ ਆਣ ਹਰਿਮੰਦਰ ਸਾਹਿਬ ਦੇ ਵਿੱਚ ਆਣ ਵੜੇ ਸੰਗਤਾਂ ਦੇ ਅੰਦਰ। ਸੰਗਤ ਦੇਖਤ ਪ੍ਰੇਮ ਵਿਸੇਖ। ਜਦੋਂ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਜੀ ਆਏ, ਸਾਰੀ ਸੰਗਤ ਵੇਖਦਿਆਂ ਸਾਰ ਪ੍ਰੇਮ ਦੇ ਸਹਿਤ ਅਸੇਖ ਖਰੇ ਹੋਏ ਆਦਰਕਾਰੀ। ਸਾਰਾ ਪੰਡਾਲ ਖੜਾ ਹੋ ਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਵੇਸ਼ ਕੀਤੇ ਤੇ ਹਰਿਮੰਦਰ ਸਾਹਿਬ। ਨਰ ਇਸਤਰੀਆਂ ਬੱਚੇ ਬੁੱਢੇ ਸਭ ਹੱਥ ਜੋੜ ਕੇ ਖੜੇ ਹੋ ਗਏ ਹਨ। ਕਬਿਤ ਕੋਕਨਦ ਪਾਦ ਮ੍ਰਿਦ ਸ਼ਰਕਤ ਸ਼ਬੀਲਿਆਤ। ਤੋ ਕੈਸੇ ਹਨ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦਰਬਾਰ ਵਿੱਚ ਆਏ, ਸਭ ਖੜੇ ਹੋ ਗਏ। ਇਹ ਬ੍ਰਾਹਮਣ ਵੇਖਦਾ ਹਜ਼ੂਰ ਦੇ ਦਗਦਗ ਕਰਦੇ ਚਿਹਰੇ ਵੱਲ। ਕਵੀ ਜੀ ਕਹਿੰਦੇ ਪਾਤਸ਼ਾਹ ਦਾ ਪ੍ਰਤਾਪ ਕੈਸਾ ਹੈ। ਕੋਕਨਦ ਪਦ ਮ੍ਰਿਦ ਰਕਤ ਛਬੀਲਿਆਤ। ਜਿਹੜੇ ਚਰਨ ਹੈ ਨਾ ਹਰਗੋਬਿੰਦ ਸਾਹਿਬ ਮਹਾਰਾਜ ਦੇ, ਕੀ ਸੋਭਾ ਕਹੀਏ। ਕਵੀ ਜੀ ਕਹਿੰਦੇ ਉਹਨਾਂ ਚਰਨਾਂ ਦੀ ਲਾਲ ਸੂਹੇ ਕੂਲੇ, ਔਰ ਜਿਵੇਂ ਕਮਲ ਦਾ ਫੁੱਲ ਹੁੰਦਾ ਐਸੇ ਹਜ਼ੂਰ ਦੇ ਚਰਨ ਹਨ। ਹਿਰਨ ਕੀ ਪੰਗਤ ਜਿਉ ਨਖ ਹੈ ਆਨੰਦਕਾਰ। ਤੇ ਆਨੰਦ ਸਹਿਤ ਜਾਂ ਆਨੰਦ ਦੇਣ ਵਾਲੇ, ਆਨੰਦਿਤ ਕਰਨ ਵਾਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਹੁੰ ਹੈ। ਐਨ ਇੱਕ ਸਾਰ ਤੋਂ ਲਾਲ ਸੁਰਖ ਨਹੁੰ, ਜਿਵੇਂ ਕਿਤੇ ਹੀਰਿਆਂ ਦੀ ਲੜੀ ਜੜੀ ਹੁੰਦੀ ਹੈ, ਜਾਂ ਕਮਲ ਦੇ ਫੁੱਲ ਤੇ ਨਗ ਰੱਖੇ ਹੁੰਦੇ ਹਨ। ਚਿਕਨ ਆਕਾਰ ਏਕ ਸਾਰ ਜੋਗ ਜੰਗ ਨੀਕੇ। ਇਹ ਦੋਵੇਂ ਜਿਹੜੇ ਹਜ਼ੂਰ ਦੇ ਲੱਤਾਂ ਬਹੁਤ ਲੰਮੀਆਂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ, ਇੱਕ ਸਾਰ ਤੋਂ ਜਿਵੇਂ ਸਾਧ ਸੰਗਤ ਜੀ ਇਸ ਤਰ੍ਹਾਂ ਸੱਚੇ ਪਾਤਸ਼ਾਹ ਗਰੀਬ ਨਵਾਜ਼ ਜੀਆਂ ਦੇ ਜਿਹੜੇ ਦੋਵੇਂ ਲੱਤਾਂ ਨੇ ਇੱਕ ਸਾਰ ਸੋਹਣੀਆਂ ਸਪਾਰੀ ਦੇ ਬੂਟੇ ਵਾਂਗੂ ਸ਼ੋਭਦੀਆਂ ਨੇ। ਗੁਲਫ ਸੁਜਾਨੂ ਗ੍ਰੰਥ ਨਿਠਰ ਬਿਲੰਦਕਾਰ। ਤੇ ਜਿਹੜੀਆਂ ਪਿੰਜਣੀਆਂ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ, ਉਹ ਐਨ ਗਠੀਆਂ ਹੋਈਆਂ ਤੇ ਸ਼ੋਭਾ ਪਾ ਰਹੀਆਂ ਜਿਵੇਂ ਕਿਤੇ ਬੀਣ ਹੁੰਦੀ ਹੈ। ਤ੍ਰਿਵਲੀ ਉਦਰ ਪਰ ਨਾਭਿਕਾ ਗੰਭੀਰ ਸ਼ੋਭ। ਡੂੰਗੀ ਨਾਭੀ ਤੇ ਪੇਟ ਉੱਪਰ 3 ਲਕੀਰਾਂ ਪ੍ਰਤੱਖ ਦਿਸਦੀਆਂ ਨੇ। ਆਜਤ ਸੁਛਾਤੀ ਦਾ ਉਤੰਗ ਹੈ ਸਿਕੰਦਕਾਰ। ਪਾਤਸ਼ਾਹ ਦੀ ਚੌੜੀ ਛਾਤੀ ਉੱਪਰ ਨੂੰ ਉਭਰੀ ਹੋਈ ਤੇ ਮੋਢੇ ਜਿਹੜੇ ਆ ਇਹ ਅਵਤਾਰੀ ਪੁਰਖਾਂ ਦੇ ਸਾਧ ਸੰਗਤ ਦੇ ਲੱਛਣ ਹੁੰਦੇ ਆ। ਚੌੜੀ ਛਾਤੀ ਤੇ ਮੋਢੇ ਜਿਹੜੇ ਉੱਪਰ ਨੂੰ ਚੜੇ ਹੋਏ ਆ, ਭਾਵ ਵੀ ਮੋਢਿਆਂ ਵਾਲਾ ਥਾਂ ਬਹੁਤ ਉੱਚਾ ਸ਼ੋਭਾ ਪਾ ਰਿਹਾ ਹੈ। ਗਾਢੇ ਭੁਜ ਦੰਡ ਹੈ ਪ੍ਰਚੰਡ ਬਲਵੰਡ ਵੱਡੇ। ਤੇ ਉਮਰ ਬੇਸ਼ੱਕ ਛੋਟੀ ਹੈ, ਪਰ ਜਿਹੜੀਆਂ ਬਾਹਾਂ ਨੇ ਉਹ ਲੰਮੀਆਂ, ਤਾਂ ਹੀ ਅਜਾਨ ਬਾਹੋ ਗਰੀਬ ਨਵਾਜ਼ ਨੂੰ ਕਹਿੰਦੇ। ਤੋ ਅਜਾਨ ਬਾਹੋ ਲੰਮੀਆਂ ਬਾਹਾਂ ਵਾਲੇ, ਤੇ ਡੌਲਿਆਂ ਵਿੱਚ ਵੀ ਖੱਲ ਪੈਂਦੇ ਆ, ਤੇ ਐਨ ਕਰੜੇ ਜਿਹੜੇ ਬਾਹਾਂ ਨੇ
ਸਹਿਤ ਬਲ ਦੇ ਜਿਵੇਂ ਬਹੁਤ ਬਲ ਭਰਿਆ ਹੋਵੇ, ਤਗੜੇ ਭਾਰੇ ਮੋਟੇ ਡੌਲੇ ਹਨ। ਕੁੰਜਰ ਕੀ ਸੁੰਡ ਜਿਮ ਸ਼੍ਰੀ ਹਰਗੋਬਿੰਦ ਕਰ। ਤੇ ਹਰਗੋਬਿੰਦ ਸਾਹਿਬ ਦੇ ਹੱਥ, ਕਵੀ ਜੀ ਕਹਿੰਦੇ ਇਸ ਤਰ੍ਹਾਂ ਜਿਵੇਂ ਹਾਥੀ ਦੀ ਸੁੰਡ ਹੁੰਦੀ ਹੈ ਨਾ, ਉੱਪਰਲੇ ਪਾਸੋਂ ਮੋਟੀ, ਡੌਲਿਆਂ ਵਾਲਾ ਥਾ ਬਹੁਤ ਮੋਟਾ ਹੈ ਕੂਹਣੀ ਤੋਂ, ਤੇ ਥੋੜਾ ਅੱਗੇ ਇੱਕੋ ਵਾਰੀ ਫੇਰ ਹੱਥਾਂ ਕੋਲੋਂ ਪਤਲਾ ਹੋ ਜਾਂਦਾ। ਜਿਵੇਂ ਹਾਥੀ ਦੀ ਸੁੰਡ ਹੁੰਦੀ ਇਸ ਤਰ੍ਹਾਂ ਲੰਮੀਆਂ ਲੰਮੀਆਂ ਹਜ਼ੂਰ ਦੀਆਂ ਬਾਹਾਂ ਹਨ। ਕਬਿਤ ਹਾਥ ਦੁਆਇ ਪਥੋਜ ਸਾਮ ਪੱਲਵ ਸੇ ਪੱਲਵਨ। ਤੇ ਉਹ ਕਵੀ ਜੀ ਕਹਿੰਦੇ ਫਿਰ ਹੱਥ ਕੈਸੇ ਆ ਹਰਗੋਬਿੰਦ ਸਾਹਿਬ ਮਹਾਰਾਜ ਗਰੀਬ ਨਵਾਜ ਦੇ, ਕਵਲ ਵਰਗੇ ਆ ਭਾਈ ਪਾਤਸ਼ਾਹ ਦੇ ਹੱਥ ਲਾਲ ਸੁਰਖ ਹਨ। ਤਾਂ ਪੈ ਨਾਗ ਸੂਚੇ ਖਾਚ ਨਖਨ ਕੀ ਪੰਗਤੀ। ਤੇ ਉਂਗਲਾਂ ਜਿਹੜੀਆਂ ਨੇ ਨਾ ਹਰਗੋਬਿੰਦ ਸਾਹਿਬ ਦੀਆਂ ਤਲੀ ਉੱਪਰ ਨੂੰ ਉਭਰੀ ਹੋਈ ਉਂਗਲਾਂ ਨੀਵੀਆਂ, ਤੇ ਜਿਵੇਂ ਮਾਨੋ ਵੀ ਕਮਲ ਦੇ ਫੁੱਲ ਦੇ ਨਾਲ ਐਨ ਜਿਹੜੀਆਂ ਪੰਖੜੀਆਂ ਨਾਲ ਜੜ ਜੜ ਕੇ ਲੱਗੀਆਂ ਹੁੰਦੀਆਂ ਲੰਮੀਆਂ, ਇਸ ਤਰ੍ਹਾਂ ਸਤਿਗੁਰਾਂ ਹਜ਼ੂਰ ਪਾਤਸ਼ਾਹ ਦੇ ਹੱਥਾਂ ਨੂੰ ਉਂਗਲਾਂ ਲੱਗੀਆਂ ਹੋਈਆਂ। ਤੇ ਨਾਲ ਹੀ ਉਂਗਲੀਆਂ ਦੀ ਜਿਹੜੀਆਂ ਨਹੁੰ ਹੈ ਉਹਨਾਂ ਦੀ ਸ਼ੋਭਾ ਇਉਂ ਹੈ ਜਿਵੇਂ ਸੁੱਚੇ ਮੋਤੀ ਜੜੇ ਹੋਣ ਨਹੁੰਾਂ ਦੀ ਥਾਂ ਤੇ, ਐਨ ਚਮਕਾਰੇ ਪੈਂਦੇ ਹਨ। ਚੰਦਰਮਾ ਬਦਨ ਸਭ ਸੁਖ ਮਾਸਦਨ। ਬ੍ਰਾਹਮਣ ਮੂੰਹ ਵੱਲ ਵੇਖਦਾ ਰਹਿ ਗਿਆ ਪਾਤਸ਼ਾਹ ਦੇ, ਚੰਦਰਮਾ ਵਰਗਾ ਮੁਖ ਹੈ ਤੇ ਬਹੁਤ ਸਤਿਗੁਰਾਂ ਦੇ ਮੁਖ ਦੀ ਸ਼ੋਭਾ ਛਾ ਰਹੀ ਹੈ। ਜਾਂ ਮੈਂ ਉਜਲ ਰਦਨ ਓਠ ਸੁੰਦਰ ਸੁਰੰਗਤੀ। ਲਾਲ ਸੁਰਖ ਬੁੱਲ ਹੈ ਤੇ ਚਿੱਟੇ ਮੋਤੀਆਂ ਵਰਗੇ ਸਫੈਦ ਦੰਦ ਜਿਹੜੇ ਲਿਸ਼ਕ ਰਹੇ ਹਨ। ਪੰਕਜ ਕੀ ਪੰਖੁਰੀ ਸੁਰੀਖੀ ਆਂਖ ਤਿੱਖੀ ਤਿੱਖੀ। ਤੇ ਇਸੇ ਤਰ੍ਹਾਂ ਜਿਹੜਾ ਕਮਲ ਦੀ ਪੰਖੜੀ ਹੁੰਦੀ ਹੈ, ਇੱਕ ਦੋ ਪਾਸਿਓਂ ਵਿਚਾਲੋਂ ਚੌੜੀ ਹੁੰਦੀ ਤੇ ਦੋ ਪਾਸੋਂ ਤਿੱਖੀ ਹੁੰਦੀ ਹੈ। ਸਤਿਗੁਰਾਂ ਦੇ ਨੇਤਰ ਕਮਲ ਦੀ ਪੰਖੜੀ ਵਰਗੇ ਦੋ ਪਾਸੋਂ ਐਨ ਤਿੱਖੇ ਹਨ, ਜਿਵੇਂ ਨੇਤਰਾਂ ਦੇ ਕੋਨੇ ਜਿਹੜੇ ਹੈ, ਵਿਚਕਾਰ ਉਹ ਨੇਤਰ ਮੋਟੇ, ਕੋਨੇ ਐਨ ਬਰੀਕ ਤਿੱਖੇ ਸ਼ੋਭਾ ਪਾਉਂਦੇ ਆ। ਵੇਖਣ ਤ੍ਰਿਛ ਤੇ ਨਿਹਾਲ ਕਰ ਸੰਗਤੀ। ਜਿੱਧਰ ਨੂੰ ਤ੍ਰਿਸ਼ੀ ਨਜ਼ਰ ਕਰਕੇ ਪਾਤਸ਼ਾਹ ਵੇਖਦੇ ਆ, ਸੰਗਤਾਂ ਨਦਰੋ ਨਦਰ ਨਿਹਾਲ ਕਰ ਦਿੰਦੇ ਆ। ਪਾਪੀਆਂ ਦੇ ਪਾਪ ਕੱਟ ਦਿੰਦੇ ਆ, ਪਖੰਡੀਆਂ ਦੇ ਪਖੰਡ ਕੱਟ ਦਿੰਦੇ ਆ। ਤਪੀਆਂ ਦਾ ਧਿਆਨ ਛੁੱਟ ਜਾਂਦਾ ਤੋ ਗਿਆਨੀਆਂ ਦਾ ਗਿਆਨ ਵਿੱਚੇ ਰਹਿ ਜਾਂਦਾ ਜਦੋਂ ਪਾਤਸ਼ਾਹ ਵੇਖਦੇ ਹਨ। ਚਿਬਕ ਅਮੋਲ ਗੋਲ ਮ੍ਰਿਦਲ ਕਪੋਲ ਜੋਗ। ਤੋ ਠੋਡੀ ਪਾਤਸ਼ਾਹ ਦੀ ਬਰੀਖ ਲੰਬੀ ਹੈ, ਜਿਹੜੀਆਂ ਗੱਲਾਂ ਪਾਤਸ਼ਾਹ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਲਾਲ ਸੁਰਖ ਮੋਟੀਆਂ ਭਾਰੀਆਂ ਹਨ। ਕੁੰਡਲ ਕੀ ਡੋਲ ਪਾਇ ਤੋਲ ਸ਼੍ਰੀ ਉਮੰਗਤੀ। ਤੇ ਕੁੰਡਲਾਂ ਦੇ ਲਿਸ਼ਕਾਰੇ ਪੈ ਪੈ ਕੇ ਗੱਲਾਂ ਲਿਸ਼ਕਦੀਆਂ ਨੇ, ਐਸੀ ਸ਼ੋਭਾ ਉਮਗ ਰਹੀ ਪਾਤਸ਼ਾਹ ਦੇ ਸ਼ੋਭਾ ਚਿਹਰੇ ਦੇ ਉੱਪਰੋਂ ਦੀ। ਕਬਿਤ ਮੰਡਿਤ ਵਿਭੂਖਣ ਅਦੁਖਣ ਹੈ ਅੰਗ ਸਾਰੇ। ਤੇ ਸਾਰਾ ਸਰੀਰ ਹਰਗੋਬਿੰਦ ਸਾਹਿਬ ਦਾ ਗਹਿਣਿਆਂ ਹਾਰਾਂ ਨਾਲ ਲੱਦਿਆ ਹੋਇਆ, ਸੋਹਣੇ ਗਹਿਣੇ ਪਾਏ ਹੋਏ ਆ, ਤੇ ਜਿੰਨੇ ਅੰਗ ਆ ਕਿਸੇ ਅੰਗ ਵਿੱਚ ਵੀ ਕੋਈ ਦੋਸ਼ ਨਹੀਂ ਕੱਢ ਸਕਦਾ ਵੀ ਜਿਵੇਂ ਆਮ ਸਧਾਰਨ ਮਨੁੱਖ ਦੇ ਸਾਰੇ ਸਰੀਰ ਵਿੱਚ ਕੋਈ ਨਾ ਕੋਈ ਦੋਖ ਕੱਢ ਦਿੰਦਾ ਵੀ ਇਹਦੇ ਅੰਗ ਦੇ ਇਸ ਪੱਖੋਂ ਇਹ ਫੱਬਦਾ ਨਹੀਂ, ਪਰ ਹਰਗੋਬਿੰਦ ਸਾਹਿਬ ਦੇ ਸਾਰੇ ਅੰਗੂਠੇ ਦੇ ਨਹੁੰ ਤੋਂ ਲੈ ਕਰਕੇ ਸਿਰ ਦੀ ਚੋਟੀ ਤੱਕ ਸਾਰੇ ਅੰਗ ਐਸੇ ਹੈ, ਕੋਈ ਵੀ ਇਹਨਾਂ ਵਿੱਚ ਮਾਨੋ ਵੀ ਨੁਕਸ ਨਹੀਂ ਕੱਢ ਸਕਦਾ, ਦੋਸ਼ ਤੋਂ ਔਗਣਾਂ ਤੋਂ ਰਹਿਤ ਹਨ। ਦੀਰਘ ਸੁਡੀਲ ਸ਼ੋਭਸ਼ੀਲ ਮੈਂ ਪ੍ਰਕਾਸ਼ ਤੇ। ਐਨ ਲੰਮਾ ਕੱਦ ਹੈ ਪਾਤਸ਼ਾਹ ਮਹਾਰਾਜ ਦਾ, ਸ਼ੋਭਾ ਪਾਉਂਦੇ ਆ ਲੰਮੇ ਕੱਦ ਦੀ, ਪ੍ਰਕਾਸ਼ ਹੋ ਰਹੀ ਸ਼ੋਭਾ ਜੋ। ਨਿੱਕੀ ਉਸ਼ਨੀਕ ਸੋ ਹੈ ਜੀਗਾ ਕੀ ਜਲੂਸ ਜੋ ਹੈ। ਤੇ ਬੜੀ ਸੁੰਦਰ ਪਾਤਸ਼ਾਹ ਮਹਾਰਾਜ ਦੀਆਂ ਸੀਸ ਤੇ ਪੱਗ ਬੰਨੀ ਹੋਈ ਹੈ, ਪੱਗ ਦੇ ਉੱਪਰ ਇੱਕ ਜਗ੍ਹਾ, ਤੁਸੀਂ ਜਿੰਨਾ ਫੋਟੋ ਵੇਖੀ ਹੋਵੇ ਹਰਗੋਬਿੰਦ ਸਾਹਿਬ ਮਹਾਰਾਜ ਦੀ, ਦੋ ਉਂਗਲਾਂ ਚੌੜੀ ਸਾਧ ਸੰਗਤ ਦੀ ਪੱਟੀ ਬੰਨੀ ਹੁੰਦੀ ਉੱਤੇ, ਉਹਨੂੰ ਜਗ੍ਹਾ ਕਹਿੰਦੇ ਆ, ਜਿਹਦੇ ਵਿੱਚ ਕਲਗੀ ਲੱਗਦੀ ਹੈ। ਪਾਤਸ਼ਾਹ ਨੇ ਪੱਗ ਬੰਨੀ ਸੁੰਦਰ, ਮਹਾਰਾਜ ਦੇ ਸੁੰਦਰ ਪੱਗ ਦੇ ਉੱਪਰ ਦੋ ਉਂਗਲਾਂ ਦੀ ਜਿਹੜੀ ਬਰੀਕ ਜਗ੍ਹਾ ਹੈ, ਸੋਹਣੇ ਸੁੰਦਰ ਮੋਤੀ ਜੜੇ ਹੋਏ ਹਨ। ਹੇਰਤ ਹਿਮਾਨ ਮੋਹ ਸਿੱਖ ਆਸ ਪਾਸ ਤੇ। ਜਿੰਨੇ ਆਸ ਪਾਸ ਦੇ ਸਿੱਖ ਹੈ ਵੇਖਦੇ ਜਿਹੜੇ ਮਹਾਰਾਜ ਦੇ ਸਰੂਪ ਵੱਲ ਤੇ ਪਾਤਸ਼ਾਹ ਦੇ ਹੋ ਕੇ ਰਹਿ ਜਾਂਦੇ ਆ, ਸਭ ਦੇ ਮਨਾਂ ਨੂੰ ਮੋਹਣ ਵਾਲੇ ਹਨ। ਮੋਤਿਨ ਕੀ ਮਾਲ ਹੀਰੇ ਖਚਤ ਵਿਸ਼ਾਲ ਚੀਰੇ। ਤੇ ਚੰਗੀ ਭਾਰੀ ਮੋਤੀਆਂ ਦੀ, ਸੁੱਚੇ ਮੋਤੀਆਂ ਦੀ ਮਾਲਾ ਪਾਤਸ਼ਾਹ ਹਜ਼ੂਰ ਦੇ ਗਲ ਵਿੱਚ ਪਹਿਨੀ ਹੋਈ ਹੈ। ਕੋਰਦਾਰ ਰੋਰ ਚਾਹੂੰ ਔਰ ਵਿਖੇ ਪਾਸ ਤੇ ਜਿਹੜਾ ਹੀਰਿਆਂ ਦੀ ਮਾਲਾ ਐਨ ਤਿੱਖੇ ਕਰਕੇ, ਜਿੰਨਾ ਹੀਰਾ ਵੱਧ ਨੋਕਦਾਰ ਹੁੰਦਾ ਉਹਨਾਂ ਜ਼ਿਆਦਾ ਚਮਕਦਾ। 5 ਲੜੀਆ ਹਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗਲੇ ਵਿੱਚ ਹੀਰਿਆਂ ਦੇ ਮੋਤੀ ਪਾ ਕੇ ਜੜਿਆ ਹੋਇਆ ਹੈ।
ਉਹਦੀ ਵੀ ਕਿਆ ਸੋਭਾ ਹੈ। ਜਿੱਧਰ ਉਹ ਹਾਰ ਦਾ ਪ੍ਰਕਾਸ਼ ਪੈਂਦਾ ਦਿਨ ਚੜ ਜਾਂਦਾ ਹੈ। ਤਾਮ ਕੋ ਬਿਨਾਸ਼ ਤੇ ਆਨੰਦ ਕੋ ਜਾਸ ਤੇ। ਗਰੀਬ ਨਵਾਜ ਤਾਮ ਕਹੀਏ ਹਨੇਰਾ, ਹਨੇਰਾ ਕਹੀਏ ਅਗਿਆਨ। ਤੋ ਪਾਤਸ਼ਾਹ ਮਹਾਰਾਜ ਜੀ ਜਿੱਧਰ ਵੀ ਵੇਖਦੇ ਆ ਜੀਵਾਂ ਦੇ ਹਿਰਦਿਆਂ ਵਿੱਚੋਂ ਅਗਿਆਨ ਦਾ ਨਾਸ਼ ਕਰੀ ਜਾਂਦੇ, ਅਗਿਆਨ ਰੂਪ ਹਨੇਰੇ ਦਾ, ਤੇ ਗਿਆਨ ਤੇ ਆਨੰਦ ਨੂੰ ਪ੍ਰਕਾਸ਼ ਕਰਨ ਵਾਲੇ ਹਨ। ਸੋ ਗਿਆਨ ਮੈਂ ਬਿਲਾਸ ਤੇ ਉਧਾਰ ਦਾਸ ਵਾਸ ਤੇ। ਜਿਨ੍ਹਾਂ ਨੇ ਅਵਤਾਰ ਹੀ ਸਿੱਖਾਂ ਸੇਵਕਾਂ ਦੇ ਉਧਾਰ ਵਾਸਤੇ ਕੀਤਾ ਹੋਇਆ, ਕਲਿਆਣ ਵਾਸਤੇ ਕੀਤਾ, ਤੇ ਜਿਨ੍ਹਾਂ ਦੇ ਕੌਤਕ ਵੀ ਬੜੇ ਜਿਹੜੇ ਹੈ ਉਹ ਗਿਆਨਮਈ ਹਨ ਗਰੀਬ ਨਵਾਜ ਦੇ। ਕਬਿਤ ਸ਼੍ਰੀ ਹਰਿ ਗੋਬਿੰਦ ਅੰਗ ਸੁੰਦਰ ਬਿਲੰਦ ਸਭ। ਤੋ ਕਵੀ ਜੀ ਕਹਿੰਦੇ ਇਸ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਰੇ ਜਿਹੜੇ ਅੰਗ ਹੈ ਬੜੇ ਸੁੰਦਰ ਹਨ, ਸੋਭਾ ਪਾਉਂਦੇ ਹਨ। ਦਿਜਣ ਦੇਖ ਕੈ ਸੁਦਿਜਣ ਆਨੰਦ ਔਰ ਧਾਰਿਓ। ਇਹ ਬ੍ਰਾਹਮਣਾਂ ਨੇ ਜਦੋਂ ਵੇਖਿਆ ਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਾ ਸਰੂਪ, ਹੁਣ ਭਾਰਤ ਦੇ ਬੜੇ ਸਾਧ ਸੰਗਤ ਜੀ ਰਜਵਾੜਿਆਂ ਦੇ ਰਾਜੇ, ਜਗੀਰਦਾਰਾਂ ਦੇ, ਵਜ਼ੀਰਾਂ ਅਮੀਰਾਂ ਦੇ ਪੁੱਤਰ ਵੇਖ ਕੇ ਆਏ ਸਨ, ਵੱਡੇ ਵੱਡੇ ਰਾਜ ਘਰਾਣਿਆਂ ਵਿੱਚੋਂ। ਪਰ ਹਰਗੋਬਿੰਦ ਸਾਹਿਬ ਮਹਾਰਾਜ ਦੀ ਗੱਲਬਾਤ ਸਭ ਤੋਂ ਵੱਖਰੀ ਹੈ, ਕਿਉਂਕਿ ਪਰਮੇਸ਼ਰ ਹਨ ਪਾਤਸ਼ਾਹ। ਮਹਾਰਾਜ ਦਾ ਸੁੰਦਰ ਸਰੂਪ ਵੇਖ ਕੇ ਬ੍ਰਾਹਮਣ ਦੰਗ ਰਹਿ ਗਏ, ਮਨ ਦੇ ਵਿੱਚ ਬੜਾ ਆਨੰਦ ਆਇਆ ਹੈ। ਭਾਗ ਭਲੀ ਚੰਦੂ ਹੈ ਜੋ ਮਾਤਾ ਵਾਸ ਪਾਇਓ ਜਿਨ। ਤੇ ਮਨ 'ਚ ਬ੍ਰਾਹਮਣ ਸੋਚਦਾ, ਕਹਿੰਦਾ ਉਹ ਚੰਦੂਆ ਕਿੱਡਾ ਤੇਰਾ ਵੱਡਾ ਭਾਗ ਹੈ, ਇਹੋ ਜਿਹਾ ਘਰ ਅਸੀਂ, ਇਹੋ ਜਿਹਾ ਜਵਾਈ ਤੇਰੇ ਵਾਸਤੇ ਵੇਖਣ ਆਏ ਹਾਂ। ਉਜਲ ਸੁਬੰਸ ਆਵਤੰਸ ਕੋ ਨਿਹਾਰਿਓ। ਤੇ ਉਜਲ ਵੰਸ਼ ਹੈ ਜਿਨ੍ਹਾਂ ਦਾ, ਇਹ ਵੇਖਿਆ ਪੈਂਦਾ ਹੈ ਵੀ ਸ਼੍ਰੇਸ਼ਟ ਵੰਸ਼ ਸੋਢ ਵੰਸ਼ ਦੇ ਵਿੱਚ ਅਵਤਾਰ ਇਹਨਾਂ ਧਾਰਿਆ ਹੈ। ਧਨ ਕੀਨ ਗਿਨਤੀ ਕਰਤ ਬਹੁ ਬਿਨਤੀ। ਤੇ ਬ੍ਰਾਹਮਣ ਨੂੰ ਹੁਣ ਇਹ ਵੀ ਵੇਖਣਾ ਹੈ ਨਾ, ਚੰਦੂ ਨੇ ਆਖਿਆ ਵੀ ਮਾਇਆ ਵੀ ਸਾਡੇ ਵਾਂਗੂ ਪੂਰੀ ਬਹੁਤੀ ਹੋਵੇ। ਤੋ ਬ੍ਰਾਹਮਣ ਜਦੋਂ ਉਥੇ ਮਹਾਰਾਜ ਦੇ ਚਰਨਾਂ ਵਿੱਚ ਸੰਗਤਾਂ ਦੇ ਬੇਸ਼ੁਮਾਰ ਲਿਆਂਦੀਆਂ ਭੇਟਾਵਾਂ ਦੇ ਅੰਬਾਰ ਲੱਗੇ ਵੇਖਦਾ ਤੇ ਗਿਣਤੀ ਕਰਦਾ ਵੀ ਇਹ ਤਾਂ ਚੰਦੂ ਤਾਂ ਇਹਨਾਂ ਦੇ ਤੁੱਲ ਕੁਛ ਵੀ ਨਹੀਂ, ਚੰਦੂ ਦੇ ਪਾਸ ਇਹਨਾਂ ਦੇ ਬਰਾਬਰ ਕੀ ਹੈ ਘਰ ਦੇ ਅੰਦਰ। ਚੜਾਵੇ ਚੀਰ ਭੂਖਣ ਗੁਰੂ ਸੋ ਜਗ ਸਾਰਿਓ। ਵੀ ਇਹ ਤਾਂ ਸਾਰੇ ਸੰਸਾਰ ਦੇ ਗੁਰੂ ਹੈ, ਤੇ ਨਾਲ ਹੀ ਇਹ ਹੈ ਵੀ ਨਾਲੇ ਤਾਂ ਸੰਗਤਾਂ ਵਸਤੂਆਂ ਮਹਾਰਾਜ ਦੇ ਚਰਨਾਂ ਵਿੱਚ ਚੜਾਉਂਦੀਆਂ ਨੇ, ਭੇਟਾ ਕਰਦੀਆਂ, ਤੇ ਨਾਲੇ ਮਿਹਨਤ ਬੇਨਤੀ ਕਰਦੀਆਂ। ਆਮ ਨਹੀਂ ਤਾਂ ਕਿਸੇ ਨੂੰ ਕੋਈ ਵਸਤੂ ਦਿੰਦਾ ਹੈ ਤੇ ਝੁਕਦਾ ਨਹੀਂ ਨਾ, ਦਿੰਦਾ ਹੈ, ਪਰ ਇੱਥੇ ਭੇਟ ਹੁੰਦੀ ਹੈ। ਨਾਲੇ ਸਿੱਖ ਮਹਾਰਾਜ ਦੇ ਚਰਨੀ ਵਸਤਾਂ ਭੇਂਟ ਕਰਦੇ ਹੈ ਤੇ ਨਾਲੇ ਬੇਨਤੀਆਂ ਕਰਦੇ ਹੈ, ਤਰਲੇ ਮਾਰਦੇ ਹੈ, ਅਰਦਾਸਾਂ ਕਰਦੇ ਵੀ ਪਾਤਸ਼ਾਹ ਕਿਰਪਾ ਕਰੋ ਸਾਡੀ ਵਸਤੂ ਪ੍ਰਵਾਨ ਕਰ ਲਓ। ਤੋ ਸਾਧ ਸੰਗਤ ਜੀ, ਗਰੀਬ ਨਵਾਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਗੁਰੂ ਨਾਨਕ ਪਾਤਸ਼ਾਹ ਦਾ ਘਰ, ਇਹਦੇ ਵਿੱਚ ਕਦੀ ਵਾਸਤੇ ਨਹੀਂ ਕਹਿਣਾ ਚਾਹੀਦਾ ਵੀ ਅਸੀਂ ਗੁਰੂ ਘਰ ਨੂੰ ਦਾਨ ਕੀਤਾ। ਜਿਵੇਂ ਕਈ ਕਹਿ ਦਿੰਦੇ ਜੀ ਅਸੀਂ ਦਾਨ ਪੁੰਨ ਕਰਦੇ ਹਾਂ ਜੀ, ਦਾਨ ਆਪ ਤੋਂ ਛੋਟੇ ਨੂੰ ਹੁੰਦਾ, ਵੱਡਿਆਂ ਨੂੰ ਭੇਂਟ ਹੁੰਦੀ ਹੈ। ਅਸੀਂ ਤੇਰਾ ਕੀਆ ਤੁਝ ਹੈ ਕਿਆ ਅਰਪਾ, ਅਸੀਂ ਪਾਤਸ਼ਾਹ ਨੂੰ ਕੀ ਦੇ ਸਕਦੇ ਹਾਂ। ਸਾਧ ਸੰਗਤ ਜੀ, ਜਦੋਂ ਵੀ ਪਾਤਸ਼ਾਹ ਨੂੰ ਵਸਤੂ ਦੇਣੀ ਹੈ ਭੇਂਟ ਹੁੰਦੀ ਹੈ। ਤੋ ਗਰੀਬ ਨਵਾਜ ਨੂੰ ਅਸੀਂ ਦਾਨ ਤਾਂ ਛੋਟੇ ਨੂੰ ਹੁੰਦਾ, ਤੋ ਛੋਟੇ ਸਾਰਿਆਂ ਤੋਂ ਆਪਾਂ ਹੀ, ਆਪਣੇ ਤੋਂ ਸਾਰੇ ਹੀ ਵੱਡਾ ਹੈ, ਵੱਡੇ ਹੈ। ਤੋ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਸਾਥੋਂ ਸਾਰੇ ਚੰਗੇ, ਅਸੀਂ ਇਹ ਨਿਮਰਤਾ ਦਾ ਗੁਣ ਹੈ। ਤੋ ਕਦੇ ਵੀ ਪਾਤਸ਼ਾਹ ਮਹਾਰਾਜ ਨੂੰ ਇਹ ਨਹੀਂ ਕਦੇ ਕਹਿਣਾ ਮਹਾਰਾਜ ਦੇ ਦਰ ਨੂੰ ਅਸੀਂ ਫਲਾਣੀ ਵਸਤੂ ਦਾਨ ਕੀਤੀ, ਮਹਾਰਾਜ ਦੇ ਘਰ ਨੂੰ ਭੇਂਟਾ ਕੀਤੀ ਜਾਂਦੀ ਹੈ। ਤੋ ਇੱਥੇ ਇਹ ਹੈਰਾਨ ਹੈ ਬ੍ਰਾਹਮਣ ਵੇਖ ਕੇ ਵੀ, ਇੱਕ ਤਾਂ ਵਸਤੂਆਂ ਭੇਂਟ ਕਰਦੇ, ਨਾਲੇ ਮਿਹਨਤ ਕਰਦੇ ਵੀ ਮਹਾਰਾਜ ਪ੍ਰਵਾਨ ਕਰ ਲਓ। ਕਈ ਵਾਰੀ ਸਾਡੇ ਮਨ ਵਿੱਚ ਇਹ ਭੁਲੇਖਾ ਹੁੰਦਾ ਵੀ ਅਸੀਂ ਜੀ ਆਹ ਦੇ ਦਿੱਤਾ। ਸਾਧ ਸੰਗਤ ਜੀ, ਸ਼ੁਕਰ ਕਰੀਏ ਵੀ ਮਹਾਰਾਜ ਸਾਡਾ ਪ੍ਰਵਾਨ ਕਰ ਲੈਂਦੇ ਹੈ। ਇਹ ਉਹ ਦਰ ਹੈ ਤਾਂ ਵੇਖ ਕੇ ਸਾਡੇ ਹਿਰਦੇ ਦਾ ਪ੍ਰੇਮ ਤੇ ਪ੍ਰਵਾਨ ਕਰ ਲਏ। ਬਹਾਦਰ ਸ਼ਾਹ ਵਰਗੇ ਮਹਾਰਾਜ ਦੇ ਮਗਰ ਹੀਰਾ ਲੈ ਲੈ ਕੇ ਭੱਜੇ ਫਿਰੇ ਸੀ, ਤੇ ਗੁਰੂ ਕਲਗੀਧਰ ਪਾਤਸ਼ਾਹ ਪ੍ਰਵਾਨ ਨਹੀਂ ਸੀ ਕੀਤਾ। ਜਦੋਂ ਹਜ਼ੂਰ ਸਾਹਿਬ ਪਹੁੰਚਿਆ ਨਾ, ਗੋਦਾਵਰੀ ਦੇ ਕੰਢੇ ਤੇ ਪਾਤਸ਼ਾਹ ਜੀ ਬੈਠੇ ਹੋਏ, ਹੀਰਾ ਘਾਟ ਸਥਾਨ ਜਿੱਥੇ ਹੈ, ਤੇ ਬਹਾਦਰ ਸ਼ਾਹ ਮਹਾਰਾਜ ਨੂੰ ਆਖੇ ਮਹਾਰਾਜ ਕਿਰਪਾ ਕਰੋ ਮੇਰੀ ਭੇਟਾ ਪ੍ਰਵਾਨ ਕਰੋ। ਤੋ ਪਾਤਸ਼ਾਹ ਮਹਾਰਾਜ ਜਾਣਦੇ ਸੀ ਵੀ ਇਹ ਰਾਜੇ ਲੋਕ ਆ, ਛੇਤੀ ਮਾਇਆ ਪਦਾਰਥ ਦੀ ਪਕੜ ਨਹੀਂ ਛੱਡਦੇ। ਗਰੀਬ ਨਵਾਜ ਕਹਿੰਦੇ ਨਹੀਂ ਬਹਾਦਰ ਸ਼ਾਹ ਇੱਥੇ ਸਭ ਕੁਝ ਗੁਰੂ ਨਾਨਕ ਪਾਤਸ਼ਾਹ ਦੇ ਦਰ ਵਿੱਚ ਪੂਰਾ ਹੈ, ਤੂੰ ਦੱਸ ਕੀ ਲੈਣਾ। ਨਹੀਂ ਮਹਾਰਾਜ ਮੈਂ ਭੇਟ ਕਰਨਾ ਹੈ। ਵਾਰ-ਵਾਰ ਕਰੇ ਮਹਾਰਾਜ ਕਹਿੰਦੇ ਲਿਆ ਕੀ ਭੇਟ ਕਰਨਾ। ਸੱਚੇ ਪਾਤਸ਼ਾਹ ਮਹਾਰਾਜ ਨੂੰ ਹੀਰਾ ਭੇਟ ਕੀਤਾ, ਇਹਨੇ ਬਹੁਤ ਬੇਸ਼ਕੀਮਤੀ ਹੀਰਾ,
ਜਿਹਦੀ ਕੀਮਤ ਅਰਬਾਂ ਖਰਬਾਂ ਵਿੱਚ, ਜਿਹੜੇ ਹੀਰੇ ਨੂੰ ਵੇਚ ਕੇ ਇੱਕ ਸਾਧ ਸੰਗਤ ਜੀ ਰਾਜ ਹੀ ਪੂਰਾ ਖਰੀਦਿਆ ਜਾ ਸਕੇ। ਬੜਾ ਵੱਡਾ ਹੀਰਾ ਹਜ਼ੂਰ ਨੂੰ ਭੇਂਟ ਕੀਤਾ ਤੇ ਮਹਾਰਾਜ ਵੇਖੀ ਗਏ ਪਹਿਲਾਂ ਤਲੀ ਤੇ ਰੱਖ ਕੇ, ਤੇ ਮਹਾਰਾਜ ਜਾਣ ਗਏ ਵੀ ਇਹਦੇ ਅਜੇ ਮਨ ਇਹਦੇ 'ਚ ਹੀ ਆ, ਹੀਰੇ 'ਚ ਹੀ। ਤੇ ਨਾਲੇ ਹੱਸੀ ਜਾਵੇ ਬਹਾਦਰ ਸ਼ਾਹ ਵੀ ਮੇਰੇ ਵਰਗਾ ਵੱਡਾ ਦਾਨੀ ਕੋਈ ਨਹੀਂ ਵੀ ਮੈਂ ਮਹਾਰਾਜ ਨੂੰ ਐਡੀ ਵੱਡੀ ਵਸਤੂ ਭੇਂਟ ਕੀਤੀ ਜਾਂ ਦਾਨ ਕੀਤੀ। ਹਜ਼ੂਰ ਨੇ ਬਸ ਮਾੜਾ ਜਿਹਾ ਵੇਖ ਕੇ ਤੇ ਐਂ ਹੀ ਪਿਛਲੇ ਭਾਅ ਤੇ ਗੋਦਾਵਰੀ ਨਦੀ 'ਚ ਮਾਰਿਆ ਚਲਾ ਕੇ। ਪਿੱਟ ਉੱਠਿਆ ਇੱਕੋ ਵਾਰੀ, ਹਾਏ ਮਹਾਰਾਜ ਮੇਰਾ ਹੀਰਾ, ਤੁਹਾਨੂੰ ਕੀਮਤ ਨਹੀਂ ਪਤਾ ਪਾਤਸ਼ਾਹ, ਕਿੱਡਾ ਮਰਜ਼ੀ ਰਾਜ ਖਰੀਦ ਲਓ ਇਹ ਵੇਚ ਕੇ। ਤੋ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਤੂੰ ਸਾਨੂੰ ਦੇ ਹੀ ਦਿੱਤਾ ਫਿਰ ਤੈਨੂੰ ਕੀ ਲੱਗੀਏ, ਸਾਡਾ ਅਸੀਂ ਸੁੱਟੀਏ ਜਿੱਥੇ ਜੋ ਮਰਜ਼ੀ ਕਰੀਏ। ਤੇ ਮਹਾਰਾਜ ਪਾਤਸ਼ਾਹ ਨਹੀਂ, ਤੁਹਾਨੂੰ ਵੇਖਣਾ ਚਾਹੀਦਾ ਸੀ, ਐਡਾ ਕੀਮਤੀ ਹੀਰਾ ਮੈਂ ਮਾਣ ਨਾਲ ਦਿੱਤਾ। ਪਾਤਸ਼ਾਹ ਕਹਿੰਦੇ ਜੇ ਦਿੱਤਾ ਤੇ ਕੱਢ ਲਾ ਭਾਈ ਗੋਦਾਵਰੀ 'ਚੋਂ। ਜਦੋਂ ਇਹ ਬਹਾਦਰ ਸ਼ਾਹ ਸਾਧ ਸੰਗਤ ਦੀ ਗੋਦਾਵਰੀ ਨਦੀ 'ਚ ਵੜਿਆ ਨਾ, ਤੇ ਚੁੱਭੀ ਮਾਰ ਕੇ ਵੇਖਦਾ ਥੱਲੇ ਵਾਲਾ ਸਾਰਾ ਥਾਂ ਹੀ ਗਰੀਬ ਨਵਾਜ ਮਹਾਰਾਜ ਨੇ ਹੀਰਿਆਂ ਦਾ ਬਣਾ ਦਿੱਤਾ। ਜਦੋਂ ਜਿੱਥੋਂ ਬੁੱਕ ਭਰਦਾ ਉਹਦੇ ਨਾਲ ਵੱਡੇ ਵੱਡੇ ਹੀਰੇ ਗੋਦਾਵਰੀ 'ਚੋਂ ਨਿਕਲਦੇ ਆ ਕੇ ਗਰੀਬ ਨਵਾਜ ਦੇ ਚਰਨੀ ਡਿੱਗ ਪਿਆ। ਤੋ ਸਾਧ ਸੰਗਤ ਜੀ ਇਹ ਉਹ ਦਰ ਹੈ ਪਾਤਸ਼ਾਹ ਮਹਾਰਾਜ ਦਾ ਵੀ ਇਹ ਪ੍ਰਵਾਨ ਕਰ ਲਏ, ਇਸੇ ਜੀ ਸ਼ੁਕਰ ਮਨਾਇਆ ਕਰੋ ਵੀ ਮਹਾਰਾਜ ਨੇ ਸਾਡੀ ਵਸਤੂ ਪ੍ਰਵਾਨ ਹੀ ਕਰ ਲਈ ਹੈ। ਤੋ ਇਹ ਬ੍ਰਾਹਮਣ ਵੇਖ ਕੇ ਇਸ ਗੱਲੋਂ ਹੈਰਾਨ ਹੈ ਵੀ ਸੰਸਾਰ ਵਿੱਚ ਵਸਤੂਆਂ ਲੋਕ ਦਿੰਦੇ ਹੈ, ਪਰ ਇੱਥੇ ਦਿੰਦੇ ਵੀ ਆ ਤੇ ਬੇਨਤੀ ਵੀ ਕਰਦੇ, ਮਹਾਰਾਜ ਕਿਰਪਾ ਕਰਕੇ ਸਾਡੀ ਵਸਤੂ ਪ੍ਰਵਾਨ ਕਰ ਲਓ ਜੀ। ਹਾਥ ਪਾਦ ਬੰਦਨਾ ਪਦਾਰ ਬਿੰਦ ਕਰੈ ਬ੍ਰਿੰਦ। ਸਾਰੇ ਸਤਿਗੁਰਾਂ ਦੇ ਚਰਨ ਕਮਲਾਂ ਤੇ ਮੱਥੇ ਟੇਕਦੇ ਆ, ਹੱਥ ਬੰਨ ਬੰਨ ਕੇ ਪਾਤਸ਼ਾਹ ਦੇ ਘਰ ਨੂੰ ਨਮਸਕਾਰਾਂ ਹੁੰਦੀਆਂ ਹਨ। ਸਭ ਵੇਦ ਆਦਿਕ ਸਮਾਜ ਵਿਸਤਾਰਿਓ। ਇਹ ਟੇਵੇ ਲਾ ਕੇ ਬ੍ਰਾਹਮਣ ਹਿਸਾਬ ਕਿਤਾਬ ਲਾਉਂਦਾ ਹੈ। ਇਹਨੇ ਜਾਣਿਆ ਵੀ ਸਾਰੇ ਤਰ੍ਹਾਂ ਦੇ ਨਾਲ ਹੀ ਇਹ ਘਰ ਚੰਦੂ ਤੋਂ ਵੀ ਵੱਡਾ ਹੈ। ਸਵਈਆ ਸ਼੍ਰੀ ਹਰਗੋਬਿੰਦ ਪਾਸ ਪਿਤਾ ਥਿਤ। ਤੋ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਜੀ ਗਰੀਬ ਨਵਾਜ ਪਿਤਾ ਗੁਰੂਦੇਵ ਦੇ ਪਾਸ ਖੜੇ ਹੋਏ ਹਨ ਜਾਂ ਬੈਠੇ ਸੋਭਾ ਪਾਉਂਦੇ ਐ। ਸੋਹਤ ਹੈ ਸਿੱਖ ਸੇਵਕ ਮਾਹੂ। ਪਿਤਾ ਪੁੱਤਰ ਧੰਨ ਗੁਰੂ ਅਰਜਨ ਦੇਵ ਜੀ, ਹਰਗੋਬਿੰਦ ਸਾਹਿਬ ਗਰੀਬ ਨਿਵਾਜ ਦੋਨੇ ਬੈਠੇ ਹੋਏ ਸਾਰੀ ਸੰਗਤ ਵਿੱਚ ਬਹੁਤ ਸ਼ੋਭਾ ਪੈ ਰਹੀ ਹੈ। ਸੰਗਤਾਂ ਬੜੀਆਂ ਖੁਸ਼ ਹੋ ਰਹੀਆਂ ਹਨ। ਜਿਉ ਕਮਲਾਸਣ ਸੋ ਪਦਮਾ ਪਤ। ਐਂ ਲੱਗਦਾ ਜਿਵੇਂ ਬ੍ਰਹਮਾ ਦੇ ਪਾਸ ਵਿਸ਼ਨੂੰ ਭਗਵਾਨ ਬੈਠਾ ਹੋਵੇ। ਦੇਵਨ ਬ੍ਰਿੰਦ ਮੈਂ ਸ਼ੋਭ ਉਮਾਹੂ। ਤੇ ਜਿਵੇਂ ਸਾਰੇ ਸਿੱਖ ਦੇਵਤੇ ਬੈਠੇ ਹੋਣ, ਜਿਵੇਂ ਦੇਵਤਿਆਂ ਵਿੱਚ ਬ੍ਰਹਮਾ ਤੇ ਬ੍ਰਹਮੇ ਦੇ ਪਾਸ ਵਿਸ਼ਨੂੰ ਬੈਠਾ ਹੋਵੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਪਾਸ ਹਰਗੋਬਿੰਦ ਸਾਹਿਬ ਦੀਨਾ ਬੰਧੂ ਗੁਰੂ ਗਰੀਬ ਨਵਾਜ ਤੇ ਸਿੱਖ ਜਿੰਨੇ ਐ ਮਾਨੋ ਸਾਰੇ 33 ਕਰੋੜ ਦੇਵੀ ਦੇਵਤੇ ਬੈਠੇ ਹੋਣ। ਸੰਗਤ ਸੋਂਦੇ ਜ ਬੂਝਨ ਕੀਨ। ਤੇ ਮਹਾਰਾਜ ਦੇ ਪਾਸ ਅਰਦਾਸਾਂ ਹੋਈ ਜਾਂਦੀਆਂ, ਸਿੱਖ ਮਹਾਰਾਜ ਦੇ ਦਰਸ਼ਨ ਕਰੀ ਜਾਂਦੇ ਆ। ਬ੍ਰਾਹਮਣ ਥੋੜਾ ਪਿੱਛੇ ਜੇ ਹਟ ਕੇ ਤੇ ਸਿੱਖਾਂ ਦੇ ਨਾਲ ਪੁੱਛ ਗਿੱਛ ਕਰਦਾ, ਸਿੱਖਾਂ ਨੂੰ ਇਉਂ ਪੁੱਛਣ ਪਿਆ ਹੈ। ਬਤਾਵਾ ਜਾਤ ਸੁਗੋਤ ਜੇਤਾਹੂ। ਕਹਿੰਦੇ ਦੱਸੋ ਇਹ ਜਿਹੜੇ ਤੁਹਾਡੇ ਗੁਰੂ ਅਰਜਨ ਦੇਵ ਸਾਹਿਬ ਇਹਨਾਂ ਦਾ ਜਾਤ ਗੋਤਰ ਕੀ ਹੈ, ਕਿਸ ਖਾਨਦਾਨ ਨਾਲ ਸੰਬੰਧ ਰੱਖਦੇ, ਕਿਸ ਕੁਲ ਦੇ ਹਨ। ਚਾਹਤ ਹੈ ਸੰਬੰਧ ਕਰਿਓ ਹਮ। ਸਿੱਖਾਂ ਪੁੱਛਿਆ ਵੀ ਤੂੰ ਕੌਣ ਹੈ ਭਾਈ, ਇਹ ਪੁੱਛਣ ਵਾਲਾ ਇੱਥੇ ਤਾਂ ਮਾਨਸ ਕੀ ਜਾਤ ਸਭ ਹੈ, ਇੱਕ ਪਹਿਚਾਣ ਬੂਬੀ ਤੇ ਇੱਕੋ ਪਾਤਸ਼ਾਹ ਦਾ ਘਰ ਹੈ। ਫਿਰ ਵੀ ਬ੍ਰਾਹਮਣ ਨੇ ਦੱਸਿਆ ਵੀ ਮਹਾਰਾਜ ਵੀ ਮੈਂ ਚੰਦੂ ਦੀ ਧੀ ਦਾ ਰਿਸ਼ਤਾ ਲੈ ਕੇ ਆਇਆ ਹਾਂ, ਇਹ ਤਾਂ ਕਰਕੇ ਮੈਨੂੰ ਪੁੱਛਣਾ ਪੈ ਰਿਹਾ ਹੈ। ਸਾਹੋ ਦੀਵਾਨ ਸੁਤਾਹਿਤ ਯਾਹੂ। ਮੈਨੂੰ ਭੇਜਿਆ ਜਿਹੜਾ ਸ਼ਾਹੋ ਹੈ ਨਾ ਆਪਣਾ ਜਹਾਂਗੀਰ ਦੇ ਦੀਵਾਨ ਚੰਦੂ ਨੇ ਭੇਜਿਆ ਹੈ। ਦੋਹਰਾ ਸੰਗਤ ਸਿੱਖਣ ਤਬ ਕਹਿਓ। ਤੇ ਜਿਹੜੇ ਸਿੱਖ ਸੰਗਤ ਬੈਠੀ ਐ ਬ੍ਰਾਹਮਣ ਦੇ ਪੁੱਛਣ ਤੇ ਕਹਿਣ ਲੱਗੀ, ਸੋਢ ਬੰਸ ਸਿਰ ਮਾਰ। ਸਿੱਖ ਕਹਿੰਦੇ ਭਾਈ ਬ੍ਰਾਹਮਣ ਜੀ ਇਹ ਸੋਢ ਵੰਸ਼ ਹੈ, ਸਾਰਿਆਂ ਤੋਂ ਸ਼੍ਰੋਮਣੀ ਵੰਸ਼ ਸੁਭਾਏ ਮਾਨ। ਵੱਡੇ ਭਾਗ ਜਾਗੇ ਜਿਸੇ। ਤੇ ਇਹ ਹਰਗੋਬਿੰਦ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਿਬਜ਼ਾਦੇ ਨੂੰ ਰਿਸ਼ਤਾ ਉਹਦਾ ਹੋਣਾ ਜਿਸ ਘਰ ਦੇ ਕੋਈ ਵੱਡੇ ਹੀ ਭਾਗ ਹੋਵਣਗੇ। ਤਿਸ ਪ੍ਰਾਪਤ ਆਸ ਠਾਰ। ਉਸ ਦੀ ਪੁੱਤਰੀ ਨੂੰ, ਕਿਸੇ ਵਡਭਾਗੇ ਦੀ ਪੁੱਤਰੀ ਨੂੰ ਇਸ ਘਰ ਦੇ ਵਿੱਚ ਰਹਿਣਾ ਨਸੀਬ ਹੋਣਾ ਹੈ। ਜਗਤ ਗੁਰੂ ਘਰ ਆਏ ਜੇ। ਕਿਉਂਕਿ ਜਿਹੜੀ ਬੱਚੀ ਹੈ ਲੜਕੀ ਕੋਈ
ਇਸ ਘਰ ਵਿੱਚ ਆਊਗੀ। ਇਹ ਸੰਸਾਰ ਦੇ ਗੁਰੂ ਦਾ, ਜਗਤ ਦੇ ਗੁਰੂ ਦਾ ਘਰ ਹੈ, ਗੁਰੂ ਅਰਜਨ ਦੇਵ ਮਹਾਰਾਜ ਦਾ। ਜਗ ਮਾਤਾ ਬਨ ਜਾਏ। ਤੇ ਜਿਹੜੀ ਵੀ ਪੁੱਤਰੀ ਇਸ ਘਰ ਵਿੱਚ ਲੜਕੀ ਆਵੇਗੀ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਮਹਿਲ ਬਣੇ, ਉਹੀ ਜਿਹੜੀ ਲੜਕੀ ਹੈ ਉਹ ਜਗ ਮਾਤਾ ਬਣ ਜਾਣੀ ਹੈ। ਸਾਰਾ ਸੰਸਾਰ ਨੂੰ ਮਾਤਾ ਜੀ ਕਰਕੇ ਸਤਿਕਾਰਿਆ ਕਰੇਗਾ। ਪੂਜਨੀय ਇਹ ਸਰਬ ਕੋ। ਕਿਉਂਕਿ ਇਹ ਘਰ ਸਾਰਿਆਂ ਦਾ ਪੂਜਨੀਕ ਹੈ। ਜਿਹੜੀ ਲੜਕੀ ਇੱਥੇ ਆਏਗੀ ਵਿਆਹ ਕੇ, ਉਹ ਪੂਜਨੀਕ ਹੋ ਜਾਵੇਗੀ, ਜੁਗਾਂ ਜੁਗਾਂ ਤੱਕ ਉਹਨੂੰ ਪੂਜਿਆ ਜਾਵੇਗਾ। ਅਨਗਨ ਭੇਟ ਚੜਾਏ। ਵੇਖੋ ਕਿੰਨੇ ਲੋਕ ਭੇਟਾਵਾਂ ਚੜਾਉਂਦੇ ਆ। ਇਹ ਸਾਰਿਆਂ ਦੇ ਪੂਜਬੇ ਯੋਗ ਘਰ ਹੈ। ਚੌਪਈ ਦਿਜਨਾਈ ਦੋਨਾਂ ਸੁਨ ਕਰ ਕੈ। ਇਹ ਜਿਹੜਾ ਬ੍ਰਾਹਮਣ ਨਾਲ ਇੱਕ ਰਾਜਾ ਸਿੱਖ ਜਾਂ ਨਾਈ ਆਇਆ ਹੋਇਆ, ਇਹਨਾਂ ਦੋਵਾਂ ਨੇ ਜਦੋਂ ਸਾਰੀ ਵਾਰਤਾ ਸੁਣੀ ਸਿੱਖਾਂ ਪਾਸੋਂ, ਮਹਾ ਪ੍ਰਤਾਪ ਸੋ ਨੈਣ ਨਿਹਰ ਕੈ। ਤੇ ਬਾਕੀ ਵੇਖ ਵੀ ਲਿਆ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਨੈਣਾਂ ਦੇ ਨਾਲ ਸਤਿਗੁਰਾਂ ਦੇ ਘਰ ਦਾ ਬਹੁਤ ਤੇਜ ਪ੍ਰਤਾਪ, ਹਰਗੋਬਿੰਦ ਸਾਹਿਬ ਦਾ ਸੁਨੱਖਾ ਪੁਣ ਵੇਖ ਲਿਆ ਹੈ। ਕਹਿਤ ਪਰਸ ਪਰ ਐਸੋ ਥਾਨ। ਤੇ ਇਹ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੇ ਹਨ ਕਿ ਜਿਹੜਾ ਇਹੋ ਜਿਹਾ ਵੱਡਾ ਘਰ ਜਾਂ ਚਾਰੇ ਪਾਸਿਓਂ ਪੂਰਾ ਹੋਵੇ, ਪ੍ਰਾਪਤ ਹੋਏ ਨਾ ਫਿਰਿਓ ਜਹਾਨ। ਚਾਹੇ ਸਾਰਾ ਸੰਸਾਰ ਵੀ ਲੱਭ ਕੇ ਵੇਖ ਲਈਏ, ਇਹੋ ਜਿਹਾ ਘਰ ਆਪਾਂ ਨੂੰ ਕਿਤੋਂ ਨਹੀਂ ਮਿਲੇਗਾ। ਜਿਮ ਚੰਦੂ ਨੇ ਹਮਹੁ ਜਨਾਇਓ। ਜਿਵੇਂ ਚੰਦੂ ਨੇ ਸਾਨੂੰ ਆਖਿਆ ਸੀ ਨਾ ਵੀ ਸ਼ਰਤਾਂ ਰੱਖ ਕੇ ਵੀ ਇਹੋ ਜਿਹਾ ਘਰ ਮੇਰੀ ਪੁੱਤਰੀ ਵਾਸਤੇ ਵੇਖਣਾ ਹੈ, ਸੋ ਤੀਨਹ ਸ਼ੁਭ ਇਤ ਦ੍ਰਿਸ਼ਟਾਇਓ। ਉਹ ਤਿੰਨੇ ਗੱਲਾਂ ਹੀ ਉਸ ਤੋਂ ਵੀ ਵੱਧ ਕਰਕੇ, ਸ਼੍ਰੇਸ਼ਟ ਹੋ ਕਰਕੇ ਇੱਥੇ ਪ੍ਰਗਟ ਹੋ ਰਹੀਆਂ ਹਨ। ਵੀ ਸੁਨੱਖੇ ਵੀ ਹਰਗੋਬਿੰਦ ਸਾਹਿਬ ਬਹੁਤ ਹੈ, ਘਰ ਵਿੱਚ ਮਾਲ ਸੁਭਾਅ ਵੀ ਬਹੁਤ ਹੈ, ਤੇਜ ਪ੍ਰਤਾਪ ਵੀ ਬੜਾ ਹੈ, ਤੇ ਸ਼੍ਰੇਸ਼ਟ ਕੁਲ ਦੇ ਵਿੱਚ ਹਨ। ਇਮਨਿ ਸਚੈ ਕਰ ਕੈ ਮਨ ਮਾਹੂ। ਤੋ ਇਸ ਤਰ੍ਹਾਂ ਦਾ ਸਾਧ ਸੰਗ ਜੀ ਨਿਹਚਾ ਜਿਹਾ ਭਰੋਸਾ ਜਿਹਾ ਵੀ ਹਾਂ ਇੱਥੇ ਠੀਕ ਹੈ ਜੇ ਰਿਸ਼ਤਾ ਹੋ ਜਾਵੇ। ਚੰਦੂ ਦੀ ਪੁੱਤਰੀ ਦਾ ਵਿਚਾਰ ਮਨ ਵਿੱਚ ਕੀਤੀ ਹੈ। ਬਾਹੁਰ ਜਨਾਏ ਹੋ ਸ਼੍ਰੀ ਗੁਰ ਪਾਹੂ। ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਪਾਸ ਇਹ ਬ੍ਰਾਹਮਣ ਤੇ ਨਾਈ ਪਹੁੰਚੇ, ਹੱਥ ਜੋੜ ਕਰਕੇ ਸਭ ਕੁਝ ਦੱਸਣਾ ਕੀਤਾ ਹੈ। ਸ਼ਾਹੋ ਦੀਵਾਨ ਸੁਤਾ ਕੋ ਨਾਤਾ। ਹੇ ਪਾਤਸ਼ਾਹ ਮਹਾਰਾਜ, ਅਸੀਂ ਦਿੱਲੀ ਤੋਂ ਆਏ ਹਾਂ। ਜਿਹੜਾ ਬਾਦਸ਼ਾਹ ਜਹਾਂਗੀਰ ਹੈ ਉਹਦਾ ਦੀਵਾਨ ਹੈ, ਬੜਾ ਤੇਜ ਪ੍ਰਤਾਪ ਵਾਲਾ, ਬਲ ਤਾਕਤ ਵਾਲਾ ਚੰਦੂ। ਉਹਦੀ ਪੁੱਤਰੀ ਜਿਹੜੀ ਸਦਾ ਕੌਰ ਹੈ, ਉਹਦਾ ਨਾਤਾ ਰਿਸ਼ਤੇ ਵਾਸਤੇ। ਕਰਿਓ ਚਾਹਤ ਹਮ ਤੁਮਰੇ ਤਾਤਾ। ਤੇ ਮਹਾਰਾਜ ਅਸੀਂ ਤੁਹਾਡੇ ਪੁੱਤਰ ਹਰਗੋਬਿੰਦ ਸਾਹਿਬ ਨੂੰ ਚੰਦੂ ਦੀ ਪੁੱਤਰੀ ਦਾ ਰਿਸ਼ਤਾ ਲੈ ਕੇ ਆਏ ਹਾਂ। ਅਸੀਂ ਚਾਹੁੰਦੇ ਹਾਂ ਵੀ ਚੰਦੂ ਦੀ ਪੁੱਤਰੀ ਦਾ ਸੰਬੰਧ ਜਿਹੜਾ ਤੁਹਾਡੇ ਸਾਹਿਬਜ਼ਾਦੇ ਨੂੰ ਹੋਵੇ। ਫੇਰ ਚੱਲੇ ਅਬ ਦਿੱਲੀ ਜਾਏ। ਅਸੀਂ ਮਹਾਰਾਜ ਵੇਖਣ ਆਏ ਸੀ ਘਰ-ਬਾਰ, ਸਾਨੂੰ ਪਸੰਦ ਆਇਆ, ਵੇਖ ਕੇ ਹੁਣ ਅਸੀਂ ਦਿੱਲੀ ਜਾਵਾਂਗੇ। ਸਭ ਬਿਰਤਾਂਤ ਕੋ ਤਾਹਾਂ ਸੁਨਾਏ। ਤੇ ਚੰਦੂ ਤੇ ਜਹਾਂਗੀਰ ਨੂੰ ਸਾਰਾ ਬਿਰਤਾਂਤ ਦੱਸ ਦੇਵਾਂਗੇ, ਤੁਹਾਡਾ ਸਭ ਕੁਝ ਘਰ-ਬਾਰ ਦਾ ਜਿੰਨੀ ਖਬਰ ਦੇ ਦੇਵਾਂਗੇ। ਦੇਰ ਨਹੀਂ ਤੂਰਨ ਹਟ ਆਵੈ। ਤੇ ਪਾਤਸ਼ਾਹ ਅਸੀਂ ਪੱਕਾ ਹੀ ਸਮਝੋ, ਬਸ ਦੇਰੀ ਨਹੀਂ ਲਾਉਣੀ, ਅਸੀਂ ਛੇਤੀ ਦਿੱਲੀਓਂ ਫੇਰ ਮੁੜ ਆਉਣਾ ਹੈ। ਹਮ ਉੱਤਮ ਸੰਬੰਧ ਬਣਾਵੈ। ਅਸੀਂ ਮਹਾਰਾਜ ਸ਼ਗਨ ਲੈ ਕੇ ਛੇਤੀ ਪਰਤਾਂਗੇ, ਤੇ ਜਿੰਨੀ ਛੇਤੀ ਹੋ ਸਕਦਾ ਹੈ ਤੁਹਾਡਾ ਜਿਹੜਾ ਸੰਬੰਧ ਜਾਂ ਹਰਗੋਬਿੰਦ ਸਾਹਿਬ ਮਹਾਰਾਜ ਵਾਸਤੇ ਜਿਹੜਾ ਰਿਸ਼ਤਾ ਲੈ ਕੇ ਆਵਾਂਗੇ, ਅਸੀਂ ਸ਼ਗਨ ਲੈ ਕੇ ਆਪਣਾ ਚੰਦੂ ਦੀ ਪੁੱਤਰੀ ਦਾ ਛੇਤੀ ਪਰਤਾਂਗੇ। ਸ਼੍ਰੀ ਅਰਜਨ ਦੋਨਾਂ ਸੰਗ ਭਾਖਾ। ਤੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਤ੍ਰੈਕਾਲਦਰਸ਼ੀ ਗਰੀਬ ਨਿਵਾਜ ਤਾਂ ਜਾਣਦੇ ਵੀ ਇਹ ਸਾਰੀ ਲੜਾਈ ਦੀ ਝਗੜੇ ਦਾ ਜੜ ਹੀ ਰਿਸ਼ਤੇ ਨੇ ਬਣਨਾ। ਤੋ ਪਾਤਸ਼ਾਹ ਮਹਾਰਾਜ ਜੀ ਹੱਸ ਪਏ, ਵੇਖ ਕੇ ਇਹਨਾਂ ਦੋਵਾਂ ਨੂੰ ਕਹਿਣ ਲੱਗੇ ਹਨ, ਹੋਵੈ ਸੋ ਜੋ ਰਾਮ ਰਚ ਰਾਖਾ। ਮਹਾਰਾਜ ਕਹਿੰਦੇ ਉਦਮ ਕਰੋ ਭਾਈ, ਪਰ ਹੋਣਾ ਤਾਂ ਉਹ ਹੈ ਜਿਹੜਾ ਪਰਮੇਸ਼ਰ ਨੇ ਰਚ ਰੱਖਿਆ ਹੈ। ਪਰਮੇਸ਼ਰ ਸਭ ਬਨਤ ਬਨਾਈ। ਪਰਮੇਸ਼ਰ ਨੇ ਜੋ ਕਰਨਾ ਉਹ ਬਣਤ ਪਹਿਲਾਂ ਹੀ ਬਣਾ ਕੇ ਰੱਖੀ ਹੁੰਦੀ ਹੈ। ਭਲੀ ਜੋ ਹੋਏ ਕਰਤ ਬਿਧ ਸਾਈ। ਤੇ ਜੋ ਚੰਗਾ ਹੋਇਆ ਉਹ ਅਕਾਲ ਪੁਰਖ ਦਿਆਲੂ ਹੈ, ਜੋ ਚੰਗਾ ਹੁੰਦਾ ਹੈ ਉਹੀ ਕਰੇਗਾ, ਉਹੀ ਉਹਨੇ ਕਰਨਾ ਹੈ। ਇਮ ਕਹਿ ਲਾਗ ਦਿਨ ਜਬ ਲਾਗੇ। ਤੇ ਇਉਂ ਕਹਿ ਕੇ ਪਾਤਸ਼ਾਹ ਜੀ ਇਹਨਾਂ ਨੂੰ ਮਾਇਆ ਦਾ ਲਾਗ ਦੇਣ ਲੱਗੇ ਇਹਨਾਂ ਦੋਹਾਂ ਆਇਆਂ ਨੂੰ। ਲਿਓ ਨ ਤਿਨਹ ਕਹਿਤ ਗੁਰ ਆਗੇ। ਇਹਨਾਂ ਦੋਵਾਂ ਨੇ ਲਾਗ ਨਾ ਫੜਿਆ ਪਾਤਸ਼ਾਹ ਤੋਂ, ਤੇ ਹੱਥ ਜੋੜ ਕੇ ਕਹਿਣ ਲੱਗ ਪਏ ਜਬ ਐ ਹਮ ਦੂਸਰ ਬਾਰੀ। ਵੀ ਨਹੀਂ ਮਹਾਰਾਜ, ਹੁਣ ਅਸੀਂ ਇੱਕ ਵਾਰੀ ਜਦੋਂ ਸ਼ਗਨ ਲੈ ਕੇ ਆਵਾਂਗੇ ਨਾ, ਹੁਣ ਦੂਜੀ ਵਾਰੀ ਦਿੱਲੀਓਂ ਹੋ ਕੇ
ਦੂਜੇ ਵਾਰ ਜਦੋਂ ਤੁਹਾਡੇ ਘਰ ਆਵਾਂਗੇ ਤਬ ਕਰਹਿ ਜਿਮ ਆਪ ਤੇ ਉਚਾਰੀ। ਫੇਰ ਮਹਾਰਾਜ ਜਿਵੇਂ ਆਪ ਕਹੋਗੇ ਖੁੱਲ ਕੇ ਮਹਾਰਾਜ ਵਧਾਈਆਂ ਲਾਗ ਲੈ ਕੇ ਜਾਵਾਂਗੇ। ਮਸਤਕ ਟੇਕ ਵਿਸਰਜਨ ਹੋਏ। ਉਹ ਪਾਤਸ਼ਾਹ ਨੂੰ ਮੱਥਾ ਟੇਕ ਕੇ ਸਾਧ ਸੰਗਤ ਜੀ ਇਹ ਦਿੱਲੀ ਨੂੰ ਰਵਾਨਾ ਹੋ ਗਏ। ਬ੍ਰਾਹਮਣ ਤੇ ਨਾਲ ਨਾਈ ਹੈ, ਕੁਝ ਜਿਹੜੇ ਨਾਲ ਹੋਰ ਵੀ ਜਿਹੜੇ ਸੈਨਿਕ ਭੇਜੇ ਹੋਏ ਹਨ। ਗਮਨੇ ਤੂਰਨ ਦਿੱਲੀ ਦੋਏ। ਬੜੀ ਛੇਤੀ ਨਾਲ ਦੋਵੇਂ ਗੱਡਿਆਂ ਤੇ ਚੜ੍ਹ ਕੇ, ਸਵਾਰੀਆਂ ਤੇ ਚੜ੍ਹ ਕੇ, ਰੱਥਾਂ ਤੇ ਦਿੱਲੀ ਪਹੁੰਚ ਗਏ। ਦੋਹਰਾ ਦਿਜ ਗਮਨਿਓ ਦਿੱਲੀ ਦਿਸ਼ਾ। ਤੋ ਇਸੇ ਤਰ੍ਹਾਂ ਕਵੀ ਜੀ ਅੱਗੇ ਕਹਿੰਦੇ ਕਿ ਇਹ ਬ੍ਰਾਹਮਣ ਜਦੋਂ ਦਿੱਲੀ ਵਾਲੇ ਪਾਸੇ ਨੂੰ ਤੁਰਿਆ ਹੈ, ਸੁਨੈ ਸੁਨੈ ਮਗ ਜਾਏ। ਲੰਘਦਾ ਲੰਘਾਉਂਦਾ ਸਾਰਾ ਰਸਤਾ ਤੈਅ ਕਰਕੇ ਪਹੁੰਚੇ ਚੰਦੂ ਕੇ ਸਦਨ। ਤੇ ਦਿੱਲੀ ਪਹੁੰਚ ਕੇ ਚੰਦੂ ਦੇ ਘਰ ਵਿੱਚ ਜਾ ਪਹੁੰਚੇ ਹਨ। ਆ ਸਿਖ ਦਈ ਵਧਾਏ। ਬੜੀਆਂ ਅਸੀਸਾਂ ਤੇ ਵਧਾਈਆਂ ਦੇਣ ਲੱਗੇ, ਜਾਂ ਵਧੇ ਫੁੱਲੇ ਹੈ ਚੰਦੂ ਦੀਵਾਨ ਤੁਸੀਂ ਵਧੋ ਫੁੱਲੋ, ਇਹੋ ਜਿਹੀਆਂ ਬ੍ਰਾਹਮਣ ਨੇ ਅਸੀਸਾਂ ਦਿੱਤੀਆਂ ਹਨ। ਸਵਈਆ ਛੰਦ ਬੈਠ ਸਮੀਪ ਸੁਨਾਵਨ ਕੀਨ। ਤੋ ਸਾਧ ਸੰਗ ਜੀ ਕਾਫੀ ਸਿੱਖ ਵੀ ਸਨ ਤੇ ਦਰਬਾਰ ਸਜਿਆ ਹੋਇਆ ਸੀ। ਤੇ ਜਿਹੜਾ ਇਹ ਬ੍ਰਾਹਮਣ ਹੈ ਬੜਾ ਖੁਸ਼ ਹੋ ਕੇ ਨਾ, ਕਿਉਂਕਿ ਬਹੁਤ ਵੱਡਾ ਘਰ ਵੇਖ ਕੇ ਆਇਆ ਤੇ ਪਾਤਸ਼ਾਹ ਦੇ ਦਰ ਦੀ ਸ਼ੋਭਾ ਵੀ ਵੇਖੀ ਹੋਈ ਹੈ, ਬਹੁਤ ਖੁਸ਼ ਹੋ ਕੇ ਸਾਰਾ ਬਿਰਤਾਂਤ ਪਾਤਸ਼ਾਹ ਦੇ ਘਰ ਦਾ ਚੰਦੂ ਨੂੰ ਦੱਸਣ ਲੱਗਿਆ ਹੈ। ਵਿਚਰੇ ਜਹ ਕਹਿ ਪੁਰ ਸਮੁਦਾਏ। ਕਿਹੇ ਦੀਵਾਨ ਚੰਦੂ ਜੀ, ਅਸੀਂ ਭਾਰਤ ਵਰਸ਼ ਅੰਦਰ ਸਾਰੇ ਪਾਸੇ ਚਾਰ ਚਫੇਰੇ ਫਿਰ ਕੇ ਤੁਰ ਕੇ ਲੱਭ ਕੇ ਵੇਖਿਆ, ਨਹਿ ਪਾਇਆ ਸਨ ਬੰਦ ਕਿਸੀ ਥਲ। ਪਰ ਸਾਨੂੰ ਕਿਸੇ ਥਾਂ ਵੀ ਕੋਈ ਚੰਗਾ ਘਰ ਘਰਾਣਾ ਟਿਕਾਣਾ ਨਹੀਂ ਮਿਲਿਆ। ਲਾਭਪੁਰ ਤੇ ਸੁਧ ਕੋ ਪੁਨ ਪਾਏ। ਤੇ ਜਦੋਂ ਅਸੀਂ ਲਾਹੌਰ ਗਏ ਉੱਥੇ ਸਿੱਖਾਂ ਨੇ ਸਾਨੂੰ ਫਿਰ ਇੱਕ ਅੰਮ੍ਰਿਤਸਰ ਸਾਹਿਬ ਘਰ ਦੱਸਿਆ ਹੈ ਸੀ। ਵਿਖਿਓ ਪਹੁੰਚ ਕੈ ਭਲੋ ਠਿਕਾਨੋ। ਤੇ ਜਦੋਂ ਅਸੀਂ ਜਾ ਕੇ ਉਹ ਘਰ ਵੇਖਿਆ ਤੇ ਬੜਾ ਸੁੰਦਰ ਟਿਕਾਣਾ ਲੱਗਿਆ ਸਾਨੂੰ, ਬਿਲਕੁਲ ਠੀਕ ਦਰੁਸਤ ਲੱਗਿਆ ਤੁਹਾਡੀ ਸ਼ਰਤ ਅਨੁਸਾਰ। ਸੋਢੀ ਬੰਸ ਬਿਦਤ ਸਭ ਥਾਏ। ਮਹਾਰਾਜ ਉਹ ਸੋਢ ਵੰਸ ਹੈ, ਘਰਾਣਾ ਸੋਢੀਆਂ ਚੋਂ ਕੁਲਦਾ ਹੈ ਤੇ ਸਭ ਪਾਸੇ ਜੋ ਪ੍ਰਗਟ ਪ੍ਰਤੱਖ ਸਾਰੇ ਜਾਣਦੇ ਹਨ। ਸ਼੍ਰੀ ਰਘੁਬੀਰ ਕੀ ਕੋਲ ਅਕਲੰਕ। ਸ਼੍ਰੋਮਣੀ ਰਾਮਚੰਦਰ ਦੀ ਜਿਹੜੀ ਕੁੱਲ ਕਲੰਕ ਤੋਂ ਰਹਿਤ ਹੈ। ਜਗਤ ਪੂਜਿ ਆਪ ਗੁਰ ਸਖੁਦਾਏ। ਜਿਨ੍ਹਾਂ ਵਿੱਚ ਗੁਰੂ ਪਾਤਸ਼ਾਹ, ਗੁਰੂ ਗਰੀਬ ਨਵਾਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪ੍ਰਗਟ ਹੋਏ ਹੈ। ਸਾਰੇ ਸੰਸਾਰ ਦੇ ਗੁਰੂ ਹੈ ਤੇ ਸਭ ਜਗਤ ਉਹਨਾਂ ਨੂੰ ਪੂਜਦਾ ਹੈ। ਕੋਲ ਆਛੀ ਧਨ ਗਨ ਬਾਰ ਸੁੰਦਰ। ਤੇ ਇਹ ਕਹਿੰਦੇ ਕਿ ਇਹ ਦੀਵਾਨ ਮਹਾਰਾਜ ਕੁੱਲ ਵੀ ਚੰਗੀ ਹੈ, ਧਨ ਵੀ ਬਹੁਤ ਹੈ, ਬਾਕੀ ਤੀਜੀ ਸ਼ਰਤ ਲਾੜਾ ਜਿਹੜਾ ਲੜਕਾ ਮਹਾਰਾਜ ਉਹ ਬਹੁਤ ਸੁੰਦਰ ਸਰੂਪ ਵਾਲਾ ਹੈ। ਤੋਹੇ ਕਹਿਓ ਜਸ ਦੇਖਿਓ ਜਾਏ। ਜਿਹੋ ਜਿਹਾ ਇਹ ਚੰਦੂ ਜੀ ਦੀਵਾਨ ਤੁਸੀਂ ਸਾਨੂੰ ਆਖਿਆ ਸੀ ਲੱਭਣ ਵਾਸਤੇ, ਇਨ ਬਿਨ ਅਸੀਂ ਵੈਸਾ ਘਰ ਢੂੰਡਿਆ ਹੈ। ਤਾਬ ਤਨ ਜਾ ਕੇ ਭਾਗ ਵੱਡੇ ਲੱਖ। ਤੁਹਾਡੀ ਪੁੱਤਰੀ ਦੇ ਤਾਂ ਜਾਣੋ ਵੱਡੇ ਭਾਗ ਹਨ। ਬਨਹਿ ਪੂਜਿਓ ਜਗ ਮਾਤ ਕਹਾਏ। ਜੇ ਹਰਗੋਬਿੰਦ ਸਾਹਿਬ ਨਾਲ ਰਿਸ਼ਤਾ ਹੋ ਗਿਆ ਤੇ ਸੰਸਾਰ ਇਹਨਾਂ ਦੀ ਪੂਜਾ ਕਰਿਆ ਕਰੇਗਾ। ਤੁਹਾਡੀ ਪੁੱਤਰੀ ਨੂੰ ਜਗ ਮਾਤਾ ਸਭ ਮਾਤਾ ਜੀ ਕਰਕੇ ਯਾਦ ਕਰਿਆ ਕਰਨਗੇ। ਸੋ ਘਰ ਊਨ ਨਾ ਕੇਸਹੁ ਬੇਦ ਕਰ। ਮੁੱਕਦੀ ਗੱਲ ਹੈ ਦੀਵਾਨ ਚੰਦੂ ਜੀ, ਉਹ ਘਰ ਜਿਹੜਾ ਅਸੀਂ ਵੇਖ ਕੇ ਆਏ ਆ ਪਾਤਸ਼ਾਹ ਦਾ, ਉਹ ਕਿਸੇ ਤਰ੍ਹਾਂ ਦੇ ਨਾਲ ਵੀ ਊਣਾ ਨਹੀਂ, ਕਿਸੇ ਤਰ੍ਹਾਂ ਦੇ ਨਾਲ ਵੀ ਘੱਟ ਨਹੀਂ ਹੈ। ਹਮ ਤਾਹਿਰ ਰਹੇ ਹਰ ਖਾਏ। ਤੇ ਅਸੀਂ ਤਾਂ ਵੇਖ ਵੇਖ ਕੇ ਨਿਹਾਲ ਹੋ ਗਏ, ਕਿਆ ਸੋਭਾ ਹੁਣ ਕਹਿ ਕੇ ਸੁਣਾਈਏ ਤੁਹਾਨੂੰ। ਇਤ ਤੂੰ ਵੱਡੋ ਦੀਵਾਨ ਸਾਹ ਕੋ। ਬਾਕੀ ਇਧਰ ਤੁਸੀਂ ਵੇਖੋ ਵੀ ਬਾਦਸ਼ਾਹ ਜਹਾਂਗੀਰ ਦਾ ਕਿੰਨਾ ਪ੍ਰਤਾਪ, ਕਿੱਡੇ ਪ੍ਰਤਾਪੀ ਬਾਦਸ਼ਾਹ ਹੈ। ਉਹ ਪ੍ਰਤਾਪੀ ਬਾਦਸ਼ਾਹ ਦੇ ਵੱਡੇ ਦੀਵਾਨ ਵਜ਼ੀਰ ਤੁਸੀਂ ਹੋ। ਉਤ ਜਗ ਗੁਰ ਜਿਮ ਚਹਿ ਬਣਾਏ। ਤੇ ਉਧਰ ਸੰਸਾਰ ਦੇ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਘਰ ਹੈ ਵੀ ਤੁਸੀਂ ਵੀ ਬੜੇ ਧਨਾੜ ਹੋ, ਤੇ ਬੜੀ ਸ਼ੋਭਾ ਸੰਸਾਰ 'ਚ ਤੁਹਾਡੀ ਵੀ। ਉਧਰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਨੂੰ ਸਾਰਾ ਸੰਸਾਰ ਪੂਜਦਾ ਹੈ,
ਜਿਵੇਂ ਚਾਹੁਣ ਉਵੇਂ ਬਣਾ ਸਕਦੇ ਆ, ਜੋ ਚਾਹੁਣ ਉਹ ਕਰ ਸਕਦੇ ਹਨ। ਤਿਨ ਬਿਨ ਅਪਰ ਖੋਜ ਹਮ ਥਾਕੇ। ਤੇ ਜੇ ਇਹਨਾਂ ਨੂੰ ਨਾ ਕਰਨਾ ਰਿਸ਼ਤਾ ਤੇ ਇਹ ਦੀਵਾਨ ਚੰਦੂ, ਇਹਨਾਂ ਤੋਂ ਬਿਨਾ ਆਪਾਂ ਚਾਹੇ ਸਾਰਾ ਸੰਸਾਰ ਲੱਭ ਲੱਭ ਕੇ ਥੱਕ ਜਾਵਾਂਗੇ। ਨਹਿ ਪਾਇਹ ਵਿਚਰੇ ਬਹੁ ਦੋਸ ਦੇਸ। ਹਾਂ, ਅਸੀਂ ਬੜੇ ਦੇਸ਼ਾਂ ਵਿੱਚ ਵਿਚਰੇ ਹਾਂ, ਪਰ ਇਹੋ ਜਿਹਾ ਘਰ, ਇਹੋ ਜਿਹਾ ਘਰਾਣਾ ਤੇ ਇਹੋ ਜਿਹਾ ਵਰ ਸਾਨੂੰ ਕਿਤੋਂ ਨਹੀਂ ਮਿਲਿਆ। ਜੇ ਲੱਭੀਏ ਤੇ ਅੱਗੇ ਵੀ ਨਹੀਂ ਮਿਲੇਗਾ। ਸ਼੍ਰੀ ਨਾਨਕ ਗਾਦੀ ਪਰ ਥਿਤ ਹੈ। ਵੇਖੋ ਨਾ, ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਿੰਘਾਸਣ ਤੇ ਸ਼ੋਭਾ ਪਾਉਂਦਾ ਪਰਿਵਾਰ। ਸ਼੍ਰੀ ਅਰਜਨ ਗੁਰ ਨਾਮ ਕਹੇ ਸੋ। ਜਿਨ੍ਹਾਂ ਦਾ ਨਾਮ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਸਾਰਾ ਸੰਸਾਰ ਜਪਦਾ ਹੈ। ਮਹਾਪਰਤਾਪ ਪੂਜਬੇ ਚਾਹਾਂ ਦੇਸ। ਚਾਰ ਦਿਸ਼ਾਵਾਂ ਜਿਨ੍ਹਾਂ ਨੂੰ ਪੂਜਦੀਆਂ, ਮਹਾਨ ਪ੍ਰਤਾਪ ਸਤਿਗੁਰਾਂ ਦਾ ਹੈ। ਦਰਬ ਵੀ ਭੂਖਣ ਚੜ੍ਹੈ ਵਿਸ਼ੇਸ਼। ਕੀ ਦਸੀਏ, ਉੱਥੇ ਤਾਂ ਮਾਇਆ ਗਹਿਣੇ, ਕਿਧਰੇ ਸੋਨਾ ਚਾਂਦੀ, ਢੇਰਾਂ ਦੇ ਢੇਰ ਸੰਗਤਾਂ ਵੱਲੋਂ ਭੇਟ ਕੀਤੇ ਜਾਂਦੇ ਆ। ਭੀੜ ਹਜ਼ਾਰਨ ਲੋਕਨ ਕੀ ਰਹਿ। ਤੇ ਦਰਸ਼ਨ ਕਰਨ ਵਾਲਿਆਂ ਦੀ ਸਦਾ ਉਹਨਾਂ ਦੇ ਘਰ ਵਿੱਚ ਭੀੜ ਰਹਿੰਦੀ ਹੈ। ਹਜ਼ਾਰਾਂ ਲੱਖਾਂ ਸਿੱਖ ਜਿਹੜੇ ਰੋਜ਼ ਦਰਸ਼ਨ ਕਰਨ ਆਉਂਦੇ ਆ। ਕਰਹਿ ਨਮੋ ਧਾਰ ਪਾਓ ਅਸ਼ੇਸ਼। ਨਾਲੇ ਭੇਟਾ ਕਰਦੇ ਆ ਵਸਤੂਆਂ, ਨਾਲੇ ਪ੍ਰੇਮ ਰੱਖ ਕੇ ਬੇਨਤੀਆਂ ਕਰਕੇ ਮੱਥੇ ਟੇਕਦੇ ਆ, ਚਰਨ ਪਰਸਦੇ ਸਾਰੇ ਹੀ। ਬਾਰ ਕੀ ਸੂਰਤ ਸੁੰਦਰ ਅਤਿਸ਼ੈ। ਬਾਕੀ ਅਸੀਂ ਲਾੜਾ ਲੜਕਾ ਵੇਖ ਕੇ ਆਏ ਹਾਂ ਹਰਗੋਬਿੰਦ ਸਾਹਿਬ, ਜਿਸ ਦੀ ਸੂਰਤ ਜਿੰਨੀ ਸ਼ੋਭਾ ਕਰ ਲਈ ਓਨੀ ਥੋੜੀ ਹੈ, ਉਹਨਾਂ ਦਾ ਰੂਪ ਜਿੰਨਾ ਸਲਾਹ ਲਈ ਓਨਾ ਹੀ ਥੋੜਾ ਹੈ। ਮਨ ਹੋ ਕ੍ਰਿਸ਼ਨ ਕੇ ਇਹ ਅਵਤਾਰ। ਬਸ ਇਉਂ ਮੰਨ ਲਓ ਵੀ ਕ੍ਰਿਸ਼ਨ ਭਗਵਾਨ ਦਾ ਹੀ ਅਵਤਾਰ ਹੋਇਆ ਸੰਸਾਰ ਦੇ ਉੱਪਰ, ਵੀ ਇੰਨੇ ਸੁਨੱਖੇ ਵੀ ਕ੍ਰਿਸ਼ਨ ਭਗਵਾਨ ਵਾਂਗੂ ਬਹੁਤ ਸੋਭਾ ਪਾਉਂਦੇ ਸੁਨੱਖੇ ਹਨ। ਅਪਰ ਬਿਖੈ ਦੋਤੋ ਐਸੀ ਹੋਏ ਨਾ। ਤੇ ਹੋਰ ਸੰਸਾਰ ਵਿੱਚ ਬੜੇ ਰਿਸ਼ਤੇ ਵੇਖੇ ਐ, ਕਿਸੇ ਹੋਰ ਵਿੱਚ ਇਹੋ ਜੀ ਸੋਭਾ ਨਹੀਂ ਵੇਖੀ ਹੈ। ਜਿਨਹੁ ਹਿਰ ਮੋਹਤ ਨਾਰ ਨਾਰ। ਜਿਨ੍ਹਾਂ ਨੂੰ ਵੇਖ ਕੇ ਮੋਹੇ ਜਾਈਏ, ਵੀ ਅਸੀਂ ਵੀ ਗਏ ਤਾਂ ਝੱਟ ਪੌਰ ਵਾਸਤੇ ਸਾਂ, ਪਰ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਕਰਕੇ ਚਿੱਤ ਨਹੀਂ ਸੀ ਕਰਦਾ ਵੀ ਸਭਾ ਛੱਡ ਕੇ ਆ ਜਾਈਏ। ਸੰਸਾਰ ਵਿੱਚ ਕੋਈ ਇਹੋ ਜਿਹਾ ਨਹੀਂ ਹੋਵੇਗਾ, ਸੁੰਦਰ ਸਰੂਪ ਬਹੁਤ ਲੋਕਾਂ ਦੇ ਆ, ਪਰ ਜਿਨ੍ਹਾਂ ਦਾ ਸਰੂਪ ਵੇਖ ਕੇ ਮੋਹੇ ਜਾਈਏ, ਉੱਥੇ ਹੀ ਰਹਿਣ ਨੂੰ ਦਿਲ ਕਰ ਪਵੇ, ਤੱਕੀ ਜਾਈਏ, ਐਸਾ ਕੋਈ ਵਿਰਲਾ, ਉਹ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਦੇਖਤ ਰਹੇ ਖਰੇ ਇੱਕ ਟਕ ਸੋ। ਤੇ ਜਿੰਨੇ ਇੱਥੇ ਸਿੱਖ ਆਉਂਦੇ ਸੀ ਸਾਰੇ ਹੀ ਹਰਿਮੰਦਰ ਸਾਹਿਬ ਹਰਗੋਬਿੰਦ ਸਾਹਿਬ ਵੱਲ ਵੇਖਦੇ ਤੇ ਟਕਟਕੀ ਲਾ ਕੇ ਵੇਖੀ ਜਾਂਦੇ, ਸਾਥੋਂ ਵੀ ਅੱਖ ਨਹੀਂ ਪੱਟੀ ਜਾਂਦੀ, ਇੰਨਾ ਸੁੰਦਰ ਚਿਹਰਾ ਹੈ। ਬੰਧਨ ਕਰ ਹੋਵਤ ਬਲਿਹਾਰ। ਤੇ ਸੰਗਤਾਂ ਸਦਕੇ ਬਲਿਹਾਰੇ ਜਾਂਦੀਆਂ ਪਾਤਸ਼ਾਹ ਹਰਗੋਬਿੰਦ ਸਾਹਿਬ ਤੋਂ। ਬੜੇ ਸਿੱਖ ਆਣ ਕੇ ਮੱਥਾ ਟੇਕਦੇ, ਬੰਦਨਾ ਕਰਦੇ ਹਨ। ਬੀਚ ਸਭਾ ਓਡ ਗਨ ਮਹਿ ਦੀਪਤ। ਤੇ ਇਸ ਤਰ੍ਹਾਂ ਸਾਰੀ ਸਭਾ ਦੇ ਵਿੱਚ ਪ੍ਰਕਾਸ਼ ਹੋ ਰਹੇ ਜਿਵੇਂ ਤਾਰਿਆਂ ਦੇ ਵਿੱਚ। ਚੰਦ ਅਮੰਦ ਬਿਲੰਦ ਉਦਾਰ। ਜਿਵੇਂ ਪੁੰਨਿਆਂ ਦਾ ਚੰਦ ਤਾਰਿਆਂ ਦੇ ਵਿੱਚ ਸ਼ੋਭਾ ਪਾਉਂਦਾ ਹੈ, ਸਿੱਖ ਸੰਗਤਾਂ ਵਿੱਚ ਇਸ ਤਰ੍ਹਾਂ ਹਰਗੋਬਿੰਦ ਸਾਹਿਬ ਦੀ ਸ਼ੋਭਾ ਹੈ। ਦੋਹਰਾ ਨਵ ਸੰਮਤ ਕੀ ਬੈਸ ਹੈ। ਤੇ ਬਾਕੀ ਇਹ ਦੀਵਾਨ ਚੰਦੂ ਲੜਕੇ ਹਰਗੋਬਿੰਦ ਸਾਹਿਬ ਦੀ 9 ਕੁ ਵਰਿਆਂ ਦੀ ਅਜੇ ਉਮਰ ਹੈ। ਸਜਹਿ ਵਿਭੂਖਣ ਬ੍ਰਿੰਦ। ਤੇ ਬੜੇ ਸੋਹਣੇ ਗਹਿਣਿਆਂ ਸਹਿਤ ਸਜੇ ਹੋਏ ਦੇਖੇ ਅਸਾਂ ਨੇ। ਸੁੰਦਰ ਦੀਹ ਸਰੀਰ ਸਿਸ। ਜਿਨ੍ਹਾਂ ਦਾ ਸਰੀਰ ਬੜਾ ਉੱਚਾ ਲੰਮਾ ਹੈ, ਬਹੁਤ ਸੁੰਦਰ ਸਰੂਪ ਵਾਲੇ ਹਨ। ਬਾਰ ਸ਼੍ਰੀ ਹਰਿ ਗੋਬਿੰਦ। ਜਿਨ੍ਹਾਂ ਦਾ ਨਾਮ ਸ਼੍ਰੇਸ਼ਟ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹੈ। ਸਵਈਆ ਛੰਦ ਸੁਨ ਦੀਵਾਨ ਜੀ ਭਾਗ ਆਪਨੇ। ਤੇ ਫਿਰ ਇਹ ਕਹਿੰਦੇ ਬ੍ਰਾਹਮਣ ਦੀਵਾਨ ਜੀ ਸੁਣੋ, ਤੁਹਾਡੇ ਜੇ ਆਪਦੇ ਤੁਸੀਂ ਭਾਗਾਂ ਦੀ ਗੱਲ ਕਰੋ ਤਾਂ ਜਗ ਮਾਹ ਸਭ ਤੇ ਧਨ ਨਿਹਾਰ। ਵੀ ਇੱਥੇ ਰਿਸ਼ਤਾ ਹੋ ਗਿਆ ਤੇ ਤੁਸੀਂ ਇਹ ਜਾਣਿਆ ਜੀ ਵੀ ਸੰਸਾਰ ਵਿੱਚੋਂ ਸਭ ਤੋਂ ਵੱਡੇ ਭਾਗ ਤੁਹਾਡੇ ਜਾਣਨਾ ਕਰਿਆ ਜੇ। ਜਿਸ ਕੋ ਭਇਓ ਜਮਾਤਾ ਐਸੋ। ਹਰਗੋਬਿੰਦ ਸਾਹਿਬ ਵਰਗਾ ਜਵਾਈ ਜਿਸ ਦਾ ਹੋ ਜਾਵੇ। ਸੇਵਹਿ ਮਿਲ ਕੈ ਲੋਕ ਹਜ਼ਾਰ। ਜਿਸ ਦੇ ਜਵਾਈ ਨੂੰ ਹਜ਼ਾਰਾਂ ਲੱਖਾਂ ਜਿਹੜੇ ਲੋਕ ਹੈ ਉਹ ਪੂਜਾ ਕਰਦੇ
ਹੁਣ ਚਰਨੀ ਪੈਂਦੇ ਹੋਵਣ। ਸੁਧਾ ਸਰੋਵਰ ਮਹਿ ਹਰ ਮੰਦਰ, ਜਿਨ੍ਹਾਂ ਨੇ ਅੰਮ੍ਰਿਤ ਸਰੋਵਰ ਜਿਹੜਾ ਵੈ ਉਹਦੇ ਵਿੱਚ ਹਰਿਮੰਦਰ ਸਾਹਿਬ ਸੁੰਦਰ ਬਣਵਾਇਆ ਹੈ। ਧਨ ਲਗਾਏ ਗਨ ਕੀਨ ਸੋ ਤਿਆਰ, ਤੋ ਉਹਨਾਂ ਸੋਢੀਆਂ ਨੇ ਸੁੰਦਰ ਹਰਿਮੰਦਰ ਬਹੁਤ ਮਾਇਆ ਖਰਚ ਕਰਕੇ ਅੰਮ੍ਰਿਤਸਰ ਸਰੋਵਰ ਦੇ ਐਨ ਵਿਚਕਾਰ ਬਣਵਾਉਣਾ ਕੀਤਾ ਹੈ। ਤਿਸ ਮਹਿ ਬੈਠ ਸੁਹਾਵਤ ਨਿਤ ਪ੍ਰਾਤ, ਉਹ ਹਰਿਮੰਦਰ ਵਿੱਚ ਸਾਹਿਬ ਵਿੱਚ ਬੈਠੇ ਹੋਏ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਰੋਜ਼ ਬੈਠੇ ਹੋਏ ਸ਼ੋਭਾ ਪਾਉਂਦੇ ਐ। ਸੰਗਤਾਂ ਦਰਸ਼ਨ ਕਰਦੀਆਂ ਸਦਕੇ ਬਲਿਹਾਰੇ ਵਾਰਨੇ ਜਾਂਦੀਆਂ ਨੇ। ਚਾਹੁ ਦੇਸ਼ ਕੀ ਸੰਗਤ ਦੇ ਕਾਰ, ਤੇ ਚਾਰ ਦਿਸ਼ਾਵਾਂ ਦੀ ਸੰਗਤ ਆਉਂਦੀ ਹੈ। ਪੂਰਬ ਪੱਛਮ ਦੱਖਣ ਤੋਂ ਲੋਕ ਆਉਂਦੇ, ਉੱਤਰ ਤੋਂ ਲੋਕ ਆਉਂਦੇ ਹੈ। ਆਣ ਕੇ ਸਿੱਖ ਇਹਨਾਂ ਨੂੰ ਕਾਰ ਭੇਟਾ ਦਿੰਦੇ ਆ, ਦਸਵੰਧ ਦੀ ਮਾਇਆ ਭੇਂਟ ਕਰਦੇ ਹੈ ਤੇ ਆਪਦਾ ਭਲਾ ਮਨਾਉਂਦੇ ਆ। ਅਰਦਾਸਾਂ ਬੇਨਤੀਆਂ ਮਨ ਇੱਛੇ ਫਲ ਪ੍ਰਾਪਤ ਕਰਦੇ ਨੇ। ਚੰਦੂ ਸੁਨਤ ਅਨਖ ਕੋ ਕਰ ਕੈ, ਇਧਰ ਸਾਧ ਸੰਗਤ ਜੀ ਹੁਣ ਚੰਦੂ ਹੰਕਾਰੀ ਬਹੁਤ ਹੈ। ਤੋ ਇਸ ਹੰਕਾਰੀ ਚੰਦੂ ਨੇ ਜਦੋਂ ਪਾਤਸ਼ਾਹ ਮਹਾਰਾਜ ਦੇ ਬਾਬਤ ਆਪਣੇ ਨਾ ਬ੍ਰਾਹਮਣਾਂ ਤੇ ਭੇਜੇ ਹੋਏ ਮਨੁੱਖਾਂ ਪਾਸੋਂ ਸੁਣਨਾ ਕੀਤਾ ਤੇ ਹੰਕਾਰੀ ਜਿਹਾ ਹੋ ਕੇ ਅਣਖ ਜੀ ਵਿਖਾਉਂਦਾ ਹੋਇਆ। ਦਰਬ ਜਾਤ ਕੋ ਔਰ ਹੰਕਾਰ, ਕਿਉਂਕਿ ਜਿਸ ਚੰਦੂ ਦੇ ਹਿਰਦੇ ਵਿੱਚ ਹੰਕਾਰ ਹੈ ਮਾਇਆ ਦਾ, ਦੂਜਾ ਜਾਤ ਦਾ ਬੜਾ ਅਭਿਮਾਨੀ ਹੈ। ਨੀਕ ਨਾ ਮਾਨੀ ਕੀਨ ਬਖਾਨੀ, ਤੇ ਇਹਨਾਂ ਦੀ ਗੱਲ ਨਾ ਬ੍ਰਾਹਮਣਾਂ ਦੀ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਸ਼ੋਭਾ ਕੀਤੀ। ਜਦੋਂ ਬ੍ਰਾਹਮਣਾਂ ਤੇ ਚੰਦੂ ਨੇ ਕੋਈ ਬਹੁਤੀ ਚੰਗੀ ਨਾ ਮੰਨੀ, ਕੋਈ ਵੇਖ ਕੇ ਖੁਸ਼ ਨਾ ਹੋਇਆ ਹੈ ਸੁਣ ਕੇ। ਨਹਿ ਜਾਨੀ ਤੋ ਮਨੇ ਨਿਰਤਾਰ, ਤੇ ਕਹਿਣ ਲੱਗਿਆ ਵੀ ਉਹ ਬ੍ਰਾਹਮਣੋ ਮੂਰਖਾਂ ਵਾਲੀ ਗੱਲ ਕੀਤੀ ਤੁਸੀਂ। ਜੋ ਮੈਂ ਤੈਨੂੰ ਸਮਝਾ ਕੇ ਭੇਜਿਆ ਸੀ ਤੂੰ ਉਸ ਤਰ੍ਹਾਂ ਨਹੀਂ ਕੀਤਾ। ਲੱਗਦਾ ਮੇਰੀ ਗੱਲ ਚੰਗੀ ਤਰ੍ਹਾਂ ਪੱਲੇ ਨਹੀਂ ਬੰਨੀ ਸੀ। ਸਦਨ ਅਟਾਈ ਉੱਤਮ ਖੱਤਰੀ, ਤੇ ਜਿਹੜਾ ਹੈ ਉੱਤਮ ਖੱਤਰੀ ਮੈਂ, ਜਿਹੜੇ ਹੈ ਨਾ ਹਟਾਈਏ ਜਿਹੜੇ ਖੱਤਰੀ ਹੁੰਦੇ ਆ, ਖੱਤਰੀਆਂ ਦੀ ਇੱਕ ਜਾਤ ਵੰਡ ਹੈ। 2.5 ਘਰ ਜਿਹੜਾ ਖੱਤਰੀਆਂ ਦਾ ਉੱਤਮ ਹੈ। ਤੇ ਨਾਮ ਉੱਚੀ ਕੁਲ ਚਾਰ, ਤੇ ਉਸ ਭਾਵੇਂ ਕਹਿੰਦਾ ਵੀ ਮੈਂ 2.5 ਖੱਤਰੀ ਜਾਂ ਜਿਹੜੇ 2.5 ਘਰ ਖੱਤਰੀਆਂ ਦੇ ਉਹਨਾਂ ਵਿੱਚੋਂ ਸਾਰੀ ਚੋਂ ਉੱਚੀ ਜਿਹੜੀ ਜਾਤ ਉਹ ਮੇਰੀ ਹੈ। ਤਾਂ ਮੈਂ ਵੀ ਖੱਤਰੀ ਚੰਦੂ ਕਹਿੰਦਾ, ਪਰ ਖੱਤਰੀਆਂ ਦੀਆਂ ਅੱਗੇ ਜਾਤਾਂ 2.5 ਘਰ ਖੱਤਰੀ ਦੇ ਵਿੱਚੋਂ ਸਾਰਿਆਂ ਤੋਂ ਸਾਡੀ ਉੱਚੀ ਜਾਤ ਹੈ। ਸੋਢੀ ਬੰਸ ਸ਼੍ਰੀਨ ਸੋ ਖੱਤਰੀ, ਤੇ ਜਿਹੜੇ ਸੋਢੀ ਹੈ ਉਹ ਵੀ ਖੱਤਰੀ, ਪਰ ਸ਼੍ਰੀਣ ਖੱਤਰੀ ਹਨ ਜਿਹੜੇ ਜਿਨ੍ਹਾਂ ਨੂੰ ਤੂੰ ਰਿਸ਼ਤੇ ਦੀ ਗੱਲ ਕਰਦਾ ਹੈ। ਨੀਵੇਂ ਥਲ ਹਮ ਤੇ ਔਰ ਤਾਰ, ਤੇ ਮਨ ਵਿੱਚ ਇਹ ਜਾਣ ਲੈ ਵੀ ਜਿਹੜੇ ਸੋਢੀ ਹੈ ਉਹ ਸਾਡੇ 2.5 ਘਰ ਖੱਤਰੀਆਂ ਚੋਂ ਅਸੀਂ ਸਾਰਿਆਂ ਤੋਂ ਉੱਚੀ ਜਾਤ ਦਾ ਮੈਂ ਚੰਦੂ ਕਹਿੰਦਾ। ਤੇ ਸਾਡੇ ਘਰਾਣੇ ਨਾਲੋਂ ਜਿਹੜੇ ਸੋਢੀ ਆ ਸ਼੍ਰੀਣ ਜਿਹੜੇ ਜਾਤ ਦੇ ਸ਼੍ਰੀਣ ਜਾਤ ਦੇ ਖੱਤਰੀ ਹੈ। ਤੇ ਜਾਨਣਾ ਕਰ ਬ੍ਰਾਹਮਣ ਹਿਰਦੇ ਵਿੱਚ ਉਹ ਸਾਥੋਂ ਬੜੇ ਨੀਵੇਂ ਹਨ ਜਾਤ ਅੰਦਰ। ਹਮ ਉੱਤਮ ਚੌਬਾਰੇ ਸਮ ਹੈ, ਤੇ ਜਾਣ ਫਿਰ ਵੀ ਅਸੀਂ ਜਿਹੜੇ 2.5 ਘਰ ਖੱਤਰੀ ਜਿਹੜਾ ਸਾਡੀ ਕੋਲ ਹੈ ਤਾਂ ਉੱਚੀ ਜਾਣ ਲੈ ਜਿਵੇਂ ਉੱਚਾ ਚਬਾਰਾ ਹੁੰਦਾ ਹੈ। ਸਭ ਘਰ ਤੇ ਉੱਚੋ ਜਿਮ ਹੋਏ, ਤੇ ਚਬਾਰਾ ਜਿਵੇਂ ਸਾਰਿਆਂ ਘਰਾਂ ਦੇ ਵਿੱਚੋਂ ਸਾਫ਼ ਪ੍ਰਤੱਖ ਉੱਚਾ ਦਿਸਦਾ ਹੁੰਦਾ ਹੈ। ਕਹਾਂ ਸ਼੍ਰੀਨ ਹਮ ਤੇ ਬਹੁ ਨੀਚ, ਤੇ ਅਸੀਂ ਚਬਾਰੇ ਵਰਗੇ ਤੇ ਕਿੱਥੇ ਸ਼ਰੀਣ ਜਿਹੜੇ ਉਹ ਸੋਢੀ ਐ ਸਾਡੇ ਤੋਂ ਬੜੇ ਨੀਚ ਨੀਵੇਂ ਹਨ। ਜਥਾ ਸਦਨ ਕੀ ਮੋਰੀ ਜੋਏ, ਜਿਵੇਂ ਢੱਠੇ ਹੋਏ ਘਰ ਦੀ ਮੋਰੀ ਹੁੰਦੀ ਹੈ ਵੀ ਅਸੀਂ ਕਿੱਥੇ ਚਬਾਰਾ ਚੰਦੂ ਦਾ ਮੇਰਾ ਖਾਨਦਾਨ ਕੁਲ ਚਬਾਰਾ ਤੇ ਗੁਰੂ ਅਰਜਨ ਦੇਵ ਦਾ ਖਾਨਦਾਨ ਜਿਵੇਂ ਕਿਤੇ ਢੱਠੇ ਕਮਰੇ ਦੀ ਢੱਠੇ ਕੋਠੇ ਦੀ ਮੋਰੀ ਹੋਵੇ। ਤਨੀਆ ਈਟ ਚੁਬਾਰੇ ਕੀ ਮਾਮ, ਉਹ ਮੂਰਖ ਬ੍ਰਾਹਮਣ ਮੇਰੀ ਧੀ ਸਦਾ ਕੌਰ ਉਹ ਜਾਣ ਲੈ ਜਿਵੇਂ ਚੁਬਾਰੇ ਦੀ ਇੱਟ ਹੁੰਦੀ ਹੋਵੇ। ਮੋਟੀ ਸਮ ਕੁਲ ਮਹਿੰਦੀ ਸੋਏ, ਤੇ ਮੇਰੀ ਧੀ ਚੁਬਾਰੇ ਦੀ ਇੱਟ ਤੇ ਤੂੰ ਕੁਲ ਕਿਹੜੀ ਵਿੱਚ ਦੇ ਆਇਆ ਇਸ ਤਰ੍ਹਾਂ ਵਿਅੰਗ ਰੂਪ ਵਿੱਚ ਕਹਿ ਰਿਹਾ ਹੈ। ਜਥਾ ਜੋਗ ਨਹਿ ਕਛੂ ਵਿਚਾਰਿਓ, ਵੀ ਜੋ ਚੰਗਾ ਕਰਨਾ ਚਾਹੀਦਾ ਸੀ ਤੈਨੂੰ ਘਰਾਣਾ ਵੇਖਣਾ ਚਾਹੀਦਾ ਸੀ ਇਹ ਬ੍ਰਾਹਮਣ ਤੂੰ ਕੀਤਾ ਨਹੀਂ। ਜੋ ਅਸੀਂ ਤੈਨੂੰ ਕਹਿ ਕੇ ਘੱਲਿਆ ਯਥਾ ਯੋਗ
ਉਹਦੀ ਵਿਚਾਰ ਤਾਂ ਕਰਨੀ ਚਾਹੀਦੀ ਮੂਰਖ ਬ੍ਰਾਹਮਣਾ। ਆਸ ਮੰਜਸ ਜਾਣੈ ਸਭ ਕੋਏ। ਤੇ ਸਾਰੇ ਲੋਕ ਮੈਨੂੰ ਕੀ ਆਖਣਗੇ ਵੀ ਨੀਵਿਆਂ ਦੇ ਘਰੇ ਆਪਦੀ ਪੁੱਤਰੀ ਦਾ ਰਿਸ਼ਤਾ ਕਰ ਦਿੱਤਾ ਹੈ, ਈਂਟ ਚੁਬਾਰੇ ਕੀ ਸਭ ਸਿਰ ਪਾਰ। ਕਿਉਂਕਿ ਮੇਰੀ ਧੀ ਚੁਬਾਰੇ ਦੀ ਇੱਟ ਵਰਗੀ ਸਭ ਤੋਂ ਉੱਪਰ ਜਾਣ ਲੈਣਾ ਕਰ। ਮੋਰੀ ਲੱਗੀ ਜੋ ਸਭ ਤੇ ਨੀਵ। ਤੇ ਤੂੰ ਖੂਹ ਦੀ ਮੋਰੀ ਨੂੰ ਲਾ ਆ, ਮੇਰੇ ਧੀ ਚੁਬਾਰੇ ਦੀ ਇੱਟ ਤੇ ਤੂੰ ਖੂਹ ਦੀ ਮੋਰੀ ਨੂੰ ਲਾ ਆ, ਤੈਂ ਇਹ ਕੀ ਕੀਤਾ? ਜਾਣਨਾ ਕਰ ਲੈ, ਬੜੀ ਮੂਰਖਤਾ ਕੀਤੀ ਹੈ। 3 ਵਾਰ ਤਕਰਾਰ ਕਰਿਓ। ਤੋ ਇਸ ਤਰ੍ਹਾਂ ਵਾਰ-ਵਾਰ ਕਵੀ ਜੀ ਕਹਿੰਦੇ 3 ਵਾਰੀ ਬ੍ਰਾਹਮਣ ਨੇ ਗੱਲ ਇਹਨੇ ਚੰਦੂ ਨੇ ਵਾਰ-ਵਾਰ ਕਹੀ ਵੀ ਤੂੰ ਚੁਬਾਰੇ ਦੀ ਇੱਟ ਖੂਹ ਦੀ ਮੋਰੀ ਨੂੰ ਲਾਈ। ਉਹ ਤੂੰ ਮੂਰਖਾ ਕੀ ਕੀਤਾ? ਚੁਬਾਰੇ ਦੀ ਇੱਟ ਮੇਰੀ ਧੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਖੂਹ ਵਰਗੇ ਉਹਨਾਂ ਦੇ ਘਰ ਹਰਗੋਬਿੰਦ ਸਾਹਿਬ ਨੂੰ ਮੋਰੀ ਦੱਸਦਾ ਹੈ ਇਹ ਚੰਦੂ ਹੰਕਾਰੀ। ਤੂੰ ਖੂਹ ਦੀ ਇੱਟ, ਵਾਹਿਗੁਰੂ ਚੁਬਾਰੇ ਦੀ ਇੱਟ ਖੂਹ ਦੀ ਮੋਰੀ ਨੂੰ ਲਾ ਕੇ ਆਇਆ। 3 ਵਾਰੀ ਇਹਨੇ ਐ ਕਹਿ ਕੇ ਤੇ ਬ੍ਰਾਹਮਣ ਨਾਲ ਬੜਾ ਝਗੜਾ ਕੀਤਾ ਹੈ। ਪੁਨ ਬੋਲਿਓ ਧਨ ਕਿਆ ਢਿੱਗ ਥੀਵ। ਫਿਰ ਕਹਿੰਦਾ ਲੈ ਤੂੰ ਕਹਿੰਦਾ ਧਨ ਬੜਾ ਉਹਨਾਂ ਦੇ ਘਰ ਵਿੱਚ, ਲੈ ਦੱਸ ਭਲਾ ਕਿੰਨਾ ਕੁ ਧਨ ਹੋਵੇਗਾ। ਗੁਜਰ ਫਕੀਰਨ ਜੈਸੀ ਤਿਸ ਵੀ ਕੀ। ਕਿੱਥੇ ਮੈਂ ਰਾਜਾ ਮਹਾਰਾਜਾ ਤੇ ਬਾਦਸ਼ਾਹ ਦਾ ਵਜ਼ੀਰ ਅਮੀਰ ਦੀਵਾਨ, ਤੇ ਕਿੱਥੇ ਉਹ ਫਕੀਰਾਂ ਦਾ ਘਰ ਜਿਹੜੇ ਕਿਸੇ ਦੇ ਆਈ ਮਾਇਆ ਤੋਂ ਗੁਜ਼ਾਰਾ ਕਰਦੇ ਹਨ। ਪੂਜਾ ਲੇਹ ਆਹਾਰ ਕਰੀਵ। ਵੀ ਉਹ ਤਾਂ ਖਾਂਦੇ ਹੀ ਪੂਜਾ ਦਾ ਹੈ, ਵੀ ਸੰਗਤਾਂ ਜਾਂ ਪਾਸੇ ਵਾਸੋਂ ਕੋਈ ਚੜਾਵਾ ਚੜਦਾ ਹੈ ਤੇ ਉਹ ਖਾ ਕੇ ਗੁਜ਼ਾਰਾ ਕਰਦੇ ਹਨ। ਆਣ ਚੜਾਵੈ ਤਾਂ ਧਨ ਪਾਵੈ। ਜੇ ਤਾਂ ਕੋਈ ਆ ਕੇ ਚੜਾ ਜਾਂਦਾ ਹੈ ਫਿਰ ਉਹਨਾਂ ਨੂੰ ਕਿਤੇ ਧਨ ਮਿਲਦਾ ਹੈ, ਨਾਹੇ ਤਾਂ ਬੈਠੇ ਰਹੈ ਸਦੀਵ। ਤੇ ਜੇ ਨਾ ਚੜਾਵਾ ਕੋਈ ਚੜਾਵੇਗਾ ਤੇ ਕੀ ਸਦਾ ਐਸੇ ਤਰ੍ਹਾਂ ਹੀ ਭੁੱਖੇ ਬੈਠੇ ਰਹਿਣਗੇ। ਮੇਰੀ ਧੀ ਇਸ ਤਰ੍ਹਾਂ ਹੀ ਬੈਠੀ ਰਿਹਾ ਕਰੇਗੀ। ਇਸ ਤਰ੍ਹਾਂ ਬੋਲਿਆ ਹੈ। ਦੇਸ ਪਰਗਨਾ ਨਹੀਂ ਅਜਾਰੈ। ਨਾ ਉਹਨਾਂ ਦੇ ਪਾਸ ਕੋਈ ਦੇਸ਼ ਹੈ, ਨਾ ਕੋਈ ਜਗੀਰ ਹੈ ਵੱਡੀ, ਨਾ ਖੁੱਲੀ ਜ਼ਮੀਨ ਜਾਇਦਾਦ, ਨਾ ਕੋਈ ਵੱਡਾ ਕਾਰੋਬਾਰ ਹੈ। ਨਹਿ ਦੀਵਾਨ ਕਿਸ ਹੀ ਮਹਿ ਪਾਲ। ਨਾ ਹੀ ਉਹ ਕਿਸੇ ਵੱਡੇ ਰਾਜੇ ਬਾਦਸ਼ਾਹ ਦੇ ਦੀਵਾਨ ਜਾਂ ਕੋਈ ਅਮੀਰ ਵਜ਼ੀਰ ਹੁਣ ਚੰਗੇ ਵੱਡੇ ਅਹੁਦੇ ਤੇ ਹੋਵਣ। ਨਹੀਂ ਕਨੋ ਵਿਵਹਾਰ ਚਲਾਵੈ। ਕੋਈ ਚੰਗਾ ਕਾਰੋਬਾਰ ਦੇਸ਼ਾਂ ਵਿਦੇਸ਼ਾਂ ਵਿੱਚ ਵਿਹਾਰ ਕਾਰ ਵਿਹਾਰ ਵੀ ਨਹੀਂ ਉਹਨਾਂ ਦਾ ਚੱਲਦਾ ਹੈ। ਜਹ ਤੇ ਆਵੈ ਹੈ ਦਰਬ ਵਿਸਾਲ। ਵੀ ਚਲੋ ਕਾਰੋਬਾਰ ਹੀ ਕਰਦੇ ਹੋਣ ਤੇ ਬਾਹਰੋਂ ਅੰਦਰੋਂ ਵਪਾਰ ਦਾ ਧਨ ਉਹਨਾਂ ਦੇ ਘਰ ਵਿੱਚ ਆਉਂਦਾ ਰਹਿੰਦਾ। ਮੈਂ ਦੀਵਾਨ ਵੱਡ ਪਾਤਸ਼ਾਹੇ ਕੋ। ਮੈਂ ਵੱਡੇ ਬਾਦਸ਼ਾਹ ਜਹਾਂਗੀਰ ਦਾ ਦੀਵਾਨ ਹਾਂ, ਵਜ਼ੀਰ ਹਾਂ, ਅਮੀਰ ਹਾਂ, ਬੜੀ ਤਾਕਤ ਵਾਲਾ। ਜਿਤ ਕਿਤ ਮੇਰੋ ਹੁਕਮ ਅਟਾਲ। ਤੇ ਜਿੱਥੇ ਕਿਥੇ ਮੇਰਾ ਹੁਕਮ ਚੱਲਦਾ। ਮੈਂ ਜੇ ਰਾਤ ਨੂੰ ਦਿਨ ਕਹਿ ਦਿਆਂ ਤੇ ਸਭ ਨੂੰ ਦਿਨ ਮੰਨਣਾ ਪੈਂਦਾ, ਜੇ ਮੈਂ ਦਿਨ ਨੂੰ ਰਾਤ ਕਹਿ ਦਿਆਂ ਤੇ ਸਾਰੇ ਰਾਤ ਮੰਨਦੇ ਆ। ਅਟਲ ਹੁਕਮ ਮੇਰਾ, ਕੋਈ ਟਾਲਦਾ ਨਹੀਂ, ਸਭ ਪਾਸੇ ਚੱਲਦਾ ਹੈ। ਮਹਾ ਪਿਦਾਏ ਸੋ ਧਨ ਕੀ ਮੇਰਾ। ਬਾਕੀ ਮੇਰੇ ਘਰ ਵਿੱਚ ਅਰਬਾਂ ਖਰਬਾਂ ਸੋਨਾ ਰੁਲਦਾ ਫਿਰਦਾ, ਬੜੀ ਪੈਦਾਇਸ਼ ਹੁੰਦੀ ਆ, ਰੋਜ਼ ਮਾਮਲੇ ਆਉਂਦੇ ਆ ਘਰ ਵਿੱਚ, ਲੈ ਲੈ ਕੇ ਆਪ ਹਾਜ਼ਰ ਹੁੰਦੇ ਲੋਕ। ਡਰਤ ਲੋਕ ਮੋਜ ਲਖੈ ਕਰਾਲ। ਤੇ ਮੈਨੂੰ ਬੜਾ ਕਰਾਲ ਕਰੜਾ ਜਾਣ ਕੇ ਸਾਰੇ ਮੇਥੋਂ ਭੈ ਮੰਨਦੇ ਆ, ਸੀਸ ਝੁਕਾਉਂਦੇ ਆ, ਡਰਦੇ ਆ ਸਾਰੇ ਸੰਸਾਰ ਵਾਲੇ। ਜਾਂ ਤੇ ਪੀ ਮਾਮ ਸਾਮ ਕੋ ਨਾਹਿ ਨ। ਇਸ ਕਰਕੇ ਧਨ ਵਿੱਚ ਵੀ ਜੇ ਤੂੰ ਆਖੇ ਨਾ, ਖਾਨਦਾਨ ਵਿੱਚ ਤਾਂ ਹੈ ਹੀ ਨਹੀਂ ਬਰਾਬਰ, ਜੇ ਤੂੰ ਧਨ ਵਿੱਚ ਵੀ ਆਖੇ ਤੇ ਉਹ ਘਰ ਮਾਇਆ ਕਰਕੇ ਜਾਇਦਾਦ ਕਰਕੇ ਵੀ ਮੇਰੇ ਬਰਾਬਰ ਨਹੀਂ ਹੈ। ਤੁਮ ਨੇ ਕੀਨਸ ਕਹਾਂ ਵਿਚਾਰ। ਇਹ ਤੂੰ ਦੱਸ ਭਲਾ ਮੇਰੇ ਬਰਾਬਰ ਕਰਨ ਵਾਲੀ ਕਿਹੜੀ ਵਿਚਾਰ ਵੇਖ ਲਈ ਤੂੰ? ਤੈਨੂੰ ਕਿਵੇਂ ਲੱਗਿਆ ਵੀ ਰਿਸ਼ਤਾ ਠੀਕ ਹੋਵੇਗਾ? ਜਾਤ ਨਹੀਂ ਵਿਵਹਾਰ ਪਛਾਨਿਓ। ਕੋਈ ਜਾਤ ਉੱਚੀ ਨਹੀਂ, ਤੂੰ ਕੋਈ ਚੰਗਾ ਉਹਨਾਂ ਦਾ ਕਾਰੋਬਾਰ ਨਹੀਂ ਵੇਖਿਆ ਪਛਾਣਿਆ, ਨਹਿ ਜਾਣਿਓ ਮੋਝ ਜਥਾ ਉਦਾਰ। ਤੇ ਨਾ ਹੀ ਮੇਰੇ ਵਰਗਾ ਵੱਡਾ ਧਨਾੜ ਅਮੀਰ ਵਜ਼ੀਰ ਅਹੁਦੇਦਾਰ ਵਪਾਰੀ ਜਾਣਿਆ ਹੈ। ਹੋਏ ਅਨਜਾਨ ਬਖਾਨਾ ਹ ਮਹਿਮਾ। ਹਾਂ, ਐਵੇਂ ਅਣਜਾਣ ਪੁਣੇ ਵਿੱਚ ਤੂੰ ਜਾਣਿਆ ਵੇਖਿਆ ਕੁਝ ਨਹੀਂ, ਤੇ ਥੋੜਾ ਜਿਹਾ ਘਰ ਵੇਖ ਕੇ ਤੇ ਤੂੰ ਐਵੇਂ ਗੁਰੂ ਅਰਜਨ ਦੇਵ ਤੇ ਹਰਗੋਬਿੰਦ ਸਾਹਿਬ ਦੀ ਸੋਭਾ ਤੇ ਸੋਭਾ ਕਰੀ ਜਾਂਦਾ, ਐਵੇਂ ਸਿਫਤਾਂ ਦੇ ਪੁਲ ਬੰਨੀ ਜਾਂਦਾ ਹੈ। ਕਿਆ ਤਿਸ ਕੋ ਤੁਮ ਲੀਨ ਨਿਹਾਰ। ਤੂੰ ਦੱਸ ਭਲਾ ਉਹਨਾਂ ਦੇ ਘਰ ਵਿੱਚ ਕੀ ਵੇਖ ਲਿਆ? ਮੈਨੂੰ ਕੁਝ ਖਾਸ ਨਹੀਂ ਲੱਗਿਆ ਹੈ। ਸਿੱਖ ਰੰਕਨ ਕੀ ਪੀਰ ਰਹਿ ਟਿਗ। ਐਵੇਂ ਉਹਨਾਂ ਦੇ ਘਰ ਫਕੀਰਾਂ ਦਾ ਘਰ ਹੈ
ਤੇ ਨੰਗ ਮਲੰਗ ਸਿੱਖਾਂ ਦੀ ਭੀੜ ਉਹਨਾਂ ਦੇ ਘਰ ਵਿੱਚ ਲੱਗੀ ਰਹਿੰਦੀ ਹੈ। ਪ੍ਰਸ਼ਾਦੇ ਦੇ ਵਣਜਾਰੇ ਸਾਰੇ ਉਹਨਾਂ ਦੇ ਘਰ ਵਿੱਚ ਤੁਰੇ ਆਉਂਦੇ ਹਨ। ਇਹ ਪ੍ਰਭਾਵ ਇੱਕ ਕੀਨ ਉਚਾਰ। ਤੇ ਇਹ ਪ੍ਰਭਾਵ ਵੇਖ ਕੇ ਤੂੰ ਮੈਨੂੰ ਆ ਕੇ ਬੜਾ ਦੱਸਦਾ ਵੀ ਉਹਨਾਂ ਦਾ ਪ੍ਰਤਾਪ ਬੜਾ ਹੈ। ਜਿੰਨੇ ਭੁੱਖੇ ਨੰਗੇ ਲੋਕ ਹੈ ਸਾਰੇ ਇਹਨਾਂ ਦੇ ਘਰ ਵਿੱਚ ਪ੍ਰਸ਼ਾਦਾ ਰੋਟੀ ਖਾਣ ਆਉਂਦੇ ਆ। ਤੋ ਇਹ ਜਿੰਨੇ ਨੰਗ ਮਲੰਗ ਲੋਕ ਹੈ ਉਹ ਇਹਨਾਂ ਦੇ ਘਰ ਵਿੱਚ ਰਹਿੰਦੇ ਆ, ਕਿਉਂਕਿ ਸਿੱਖਾਂ ਨੂੰ ਐਂ ਹੀ ਜਾਣਦਾ ਨਾ। ਹੁਣ ਵੀ ਸਾਧ ਸੰਗਤ ਜੀ ਕਈ ਇਹੀ ਸੋਚਦੇ ਆ ਨਾ ਵੀ ਜੇ ਖਰੇ ਗੁਰੂ ਘਰ ਕੋਈ ਸੇਵਾ ਤੁਸੀਂ 10 ਦਿਨ ਚਲੇ ਜਾਓ, ਮਹੀਨਾ ਗੁਰੂ ਘਰ ਰਹਿ ਲਓ, ਆਮ ਇਹੀ ਸੋਚਦੇ ਸੰਸਾਰੀ ਲੋਕ ਵੀ ਇਹਨੂੰ ਰੋਟੀ ਨਹੀਂ ਜੁੜਦੀ ਹੋਣੀ ਤੇ ਹੁਣ ਇਹਨੇ ਆਹ ਕੰਮ ਫੜ ਲਿਆ, ਹੁਣ ਇਹ ਗੁਰੂ ਘਰ ਰਹਿਣ ਲੱਗ ਪਿਆ। ਤੋ ਇਹ ਸੰਸਾਰੀਆਂ ਦੀ ਸੁਰਤ ਹੈ, ਹੰਕਾਰੀਆਂ ਦੀ। ਚੰਦੂ ਵੀ ਵੇਖ ਲਓ ਇਹ ਕਹਿੰਦਾ ਕਿ ਉਹਨਾਂ ਕੋਲ ਕੌਣ ਆਉਂਦਾ, ਭੁੱਖੇ ਨੰਗੇ ਲੋਕ ਜਿਹੜੇ ਆ ਉਹ ਸਾਰੇ ਸਿੱਖ ਬਣ ਕੇ ਤੇ ਉਹਨਾਂ ਦੇ ਆਲ ਦੁਆਲ ਇਕੱਠੇ ਹੋਏ ਰਹਿੰਦੇ ਹਨ। ਕਰਿਓ ਸੋ ਕਰਿਓ ਮਨ ਮੈਲੀ ਨਸ। ਚੱਲ ਹੁਣ ਜੇ ਤੂੰ ਕਰ ਆਇਆ ਜਿਹੜਾ ਕੁਛ ਠੀਕ ਹੈ ਮੈਨੂੰ ਮੰਨਣਾ ਪੈਣਾ, ਮੰਨ ਲੈਂਦਾ ਹਾਂ। ਇਸ ਕੋ ਹੇਤ ਸੁਨਹਾ ਦੇ ਕਾਨ। ਵੀ ਹੁਣ ਜੇ ਤੂੰ ਆਖੇ ਵੀ ਨਾਲੇ ਤਾਂ ਰਿਸ਼ਤਾ ਚੰਗਾ ਨਹੀਂ ਲੱਗਿਆ, ਬਰਾਬਰੀ ਨਹੀਂ, ਤੇ ਨਾਲੇ ਇਹ ਕਹੀ ਜਾਂਦੇ ਆ ਚੰਦੂ ਦੀ ਬਾਣ ਹੈ, ਕਹਿੰਦਾ ਵੀ ਚੱਲ ਕਰ ਦੇਣਾ ਮੈਂ ਧੀ ਦਾ ਰਿਸ਼ਤਾ। ਮੈਂ ਕਿਉਂ ਕਰਨ ਲੱਗਿਆ? ਚੰਦੂ ਕਹਿੰਦਾ ਬ੍ਰਾਹਮਣ ਜੀ ਇਹ ਵੀ ਗੱਲ ਸੁਣ ਲੈ, ਕਾਰਨ ਸੁਣ ਮੈਂ ਕਿਉਂ ਕਰਦਾ ਹਾਂ। ਸੁਤਾ ਸੰਬੰਧ ਕਰਨ ਕੇ ਕਾਰਨ। ਮੈਂ ਸੁਣਾਉਣਾ ਦੱਸਦਾ ਤੈਨੂੰ ਵੀ ਜਿਹੜੇ ਵੱਡੇ ਲੋਕ ਹੁੰਦੇ ਆ, ਸਾਡੇ ਰੀਤ ਹੈ ਘਰ ਵਿੱਚ ਵੀ ਪੁੱਤਰੀ ਧੀ ਦਾ ਰਿਸ਼ਤਾ ਲੱਭਣ ਵਾਸਤੇ, ਵੇਖਣ ਵਾਸਤੇ ਪਠਹਿ ਵਿਪਰ ਕੋ ਆਪਨ ਥਾਨ। ਆਪ ਨਹੀਂ ਜਾਂਦੇ ਤੇ ਬ੍ਰਾਹਮਣ ਨੂੰ ਭੇਜਦੇ ਆ। ਸਾਡੇ ਕੁਲਾਂ ਵਿੱਚ ਸ਼ੁਰੂ ਤੋਂ ਰੀਤ ਚੱਲਦੀ ਆਈ ਹੈ। ਜਹ ਕਰ ਆਏ ਉਚਿਤ ਸੋ ਮਾਨਨ। ਤੇ ਜਿੱਥੇ ਬ੍ਰਾਹਮਣ ਜਾਂ ਕੋਈ ਨਾਈ ਰਿਸ਼ਤਾ ਕਰ ਆਉਂਦਾ ਹੈ ਉੱਥੇ ਚੰਗਾ ਮੰਨਿਆ ਜਾਂਦਾ। ਜਿੱਥੇ ਉਹ ਕਰ ਆਇਆ ਉਸੇ ਨੂੰ ਹੀ ਚੰਗਾ ਮੰਨ ਲਿਆ ਜਾਂਦਾ, ਮੰਨਣਾ ਪੈਂਦਾ ਹੈ। ਕਰਿਓ ਸੰਬੰਧ ਜੇ ਦੇਵ ਬਖਾਨ। ਤੇ ਜੇ ਕੀਤਾ ਹੋਇਆ ਸੰਬੰਧ ਉਹ ਆਖ ਦੇਵੇ ਬ੍ਰਾਹਮਣ ਵੀ ਮੈਂ ਫਲਾਣੀ ਥਾਂ ਕਰ ਦਿੱਤਾ ਹੈ ਰਿਸ਼ਤਾ, ਨਹਿ ਮਾਨਹਿ ਤਾ ਦੋਸ਼ ਲੱਗੈ। ਜੇ ਨਾ ਮੰਨੇ ਕੋਈ ਵੀ ਮੈਂ ਫਲਾਣੀ ਥਾਂ ਰਿਸ਼ਤਾ ਕਰ ਦਿੱਤਾ, ਬ੍ਰਾਹਮਣ ਆਖੇ ਤੇ ਲੜਕੀ ਦਾ ਮਾਂ-ਬਾਪ ਜੇ ਨਹੀਂ ਮੰਨਦਾ ਤੇ ਇਹਦੇ ਵਿੱਚ ਬੜਾ ਭਾਰੀ ਦੋਸ਼ ਲੱਗਦਾ ਹੁੰਦਾ, ਬੜਾ ਮਾੜਾ ਗਿਣਿਆ ਜਾਂਦਾ ਮਨੁੱਖ ਜਿਹੜਾ ਇਸ ਤਰ੍ਹਾਂ ਕਰਦਾ ਹੈ। ਤਨੀ ਆਪਾਤੋ ਕੋ ਦੁਤੀਆ ਠਾਨ। ਉਹ ਦੋਸ਼ ਇੱਕ ਇਹ ਲੱਗਦਾ ਹੈ ਵੀ ਫਿਰ ਜੇ ਉਹ ਲੜਕੀ ਦੇ ਮਾਂ-ਬਾਪ ਬ੍ਰਾਹਮਣ ਦਾ ਕੀਤਾ ਰਿਸ਼ਤਾ ਛੱਡ ਕੇ ਤੇ ਜੇ ਆਪ ਵੀ ਰਿਸ਼ਤਾ ਬਾਅਦ ਵਿੱਚ ਲੱਭ ਲੈਣ ਤੇ ਉਹ ਕੁੜੀ ਦਾ ਦੂਜਾ ਪਤੀ ਮੰਨਿਆ ਜਾਂਦਾ ਹੈ। ਚੰਦੂ ਕਹਿੰਦਾ ਸਾਡੇ ਕੁਲ ਅੰਦਰ ਵੀ ਜਿਹੜਾ ਬ੍ਰਾਹਮਣ ਨੇ ਰਿਸ਼ਤਾ ਕਰ ਦਿੱਤਾ, ਜੇ ਉਹ ਮਾਂ ਪਿਓ ਰਿਸ਼ਤਾ ਠੁਕਰਾ ਕੇ ਆਪਦੇ ਹੋਰ ਰਿਸ਼ਤਾ ਲੱਭਦਾ ਹੈ ਤੇ ਉਹ ਬੱਚੀ ਦਾ ਦੂਸਰਾ ਵਿਆਹ ਮੰਨਿਆ ਜਾਂਦਾ ਹੈ, ਦੂਜਾ ਪਤੀ ਮੰਨਿਆ ਜਾਵੇਗਾ, ਪਹਿਲਾ ਨਹੀਂ ਮੰਨਿਆ ਜਾਂਦਾ ਹੁੰਦਾ। ਪ੍ਰਥਮ ਕਹਿਓ ਜਹ ਪਾਤ ਸੋ ਹੋਇਆ। ਤੇ ਜਿੱਥੇ ਕਹਿ ਦਿੱਤਾ ਬ੍ਰਾਹਮਣ ਨੇ ਪਹਿਲਾ ਪਤੀ ਉਹੀ ਮੰਨਿਆ ਜਾਂਦਾ ਹੈ। ਜਾਂ ਤੇ ਤੁਮ ਨੇ ਕੀਨ ਸਜੋਏ। ਵੀ ਚੱਲ ਕੀਤੀ ਤਾਂ ਤੂੰ ਬ੍ਰਾਹਮਣ ਮਾੜੀ ਐ, ਚੰਗਾ ਨਹੀਂ ਕੀਤਾ, ਖੂਹ ਦੀ ਜੜੀ ਵਿੱਚ ਬਾਰੇ ਦੀ ਇੱਟ ਖੂਹ ਦੀ ਮੋਰੀ ਨੂੰ ਲਾ ਆਇਆ, ਪਰ ਜੋ ਤੈਂ ਕਰ ਦਿੱਤਾ ਹੁਣ ਮੰਨਣਾ ਪੈਣਾ ਹੈ। ਕੁਲ ਹੋਏ ਹੀਨ ਦਰਬ ਤੇ ਹੀਨ ਜੋ। ਹਾਂ ਕੀਤਾ ਮਾੜਾ ਹੀ ਹੈ, ਫਿਰ ਬੋਲਦਾ ਕਹਿੰਦਾ ਨਾ ਧਨ ਹੈ ਸਾਡੇ ਵਾਂਗੂ ਖੁੱਲਾ, ਕੁਲ ਵੀ ਕੋਈ ਚੰਗੀ ਤਗੜੀ ਉੱਚੀ ਨਹੀਂ, ਖਾਨਦਾਨ ਉੱਚਾ ਨਹੀਂ ਹੈ। ਭਇਓ ਜਮਾਤਾ ਅਬ ਮਮ ਸੋਏ। ਤੇ ਹੁਣ ਜੋ ਤੂੰ ਕਰ ਆਇਆ ਪਰ ਵੇਖ ਲੈ ਤੇਰੀ ਗਲਤੀ ਆ ਬ੍ਰਾਹਮਣ, ਮੋੜ ਮੈਂ ਸਕਦਾ ਨਹੀਂ, ਪਰ ਹੁਣ ਇੱਕ ਕੰਗਾਲ ਤੇ ਜਿਹੜਾ ਹੈ ਉਹ ਨੀਵੀਂ ਜਾਤ ਦਾ ਮੇਰਾ ਜਵਾਈ ਬਣ ਬੈਠੇਗਾ। ਇਹ ਪਾਤਸ਼ਾਹ ਨੇ ਬੋਲ ਰਿਹਾ ਹੰਕਾਰ ਸਹਿਤ। ਜਗਤ ਰੀਤ ਬਿਗੜਹਿ ਆਬ ਫੇਰੇ। ਵੀ ਜੇ ਮੈਂ ਮੋੜ ਦਿੱਤਾ ਤੇਰਾ ਰਿਸ਼ਤਾ ਤੇ ਸੰਸਾਰ ਦੀ ਰੀਤੀ ਫਿਰ ਜਾਣੀ ਜਾਂ ਸੰਸਾਰ ਦੀ ਮਰਿਆਦਾ ਵਿਗੜੇਗੀ, ਲੋਕ ਮੈਨੂੰ ਮਾੜਾ ਆਖਣਗੇ, ਕਿਉਂਕਿ ਹੁਣ ਤੀਕਰ ਇਸ ਤਰ੍ਹਾਂ ਹੀ ਚੱਲਦੀ ਆਈ ਹੈ। ਭਲਾ ਨਾ ਭਲਾ ਨਾ ਮਾਨਹਿ ਗੋ ਸੁਨ ਕੋਏ। ਇਹ ਸਾਰੇ ਸੁਣ ਕੇ ਮੈਨੂੰ ਮਾੜਾ ਆਖਣਗੇ, ਮੇਰੀ ਨਿੰਦਿਆ ਹੋਵੇਗੀ, ਕੋਈ ਮੈਨੂੰ ਚੰਗਾ ਨਹੀਂ ਆਖੇਗਾ। ਕੀਤਾ ਤੈਂ ਮਾੜਾ ਪਰ ਬਦਨਾਮੀ ਮੇਰੀ ਹੋਵੇਗੀ ਜੇ ਮੈਂ ਤੇਰਾ ਕੀਤਾ ਰਿਸ਼ਤਾ ਮੋੜ ਦਿੱਤਾ। ਆਪਨ ਥਾਨ ਕਰ ਨਾਤੇ ਹਿਤ ਮੈਂ। ਤੇ ਨਾ ਹੀ ਹੁਣ ਮੈਂ ਆਪਦੀ ਪੁੱਤਰੀ ਦਾ ਰਿਸ਼ਤਾ ਹੋਰ ਕਿਸੇ ਪਾਸੇ ਕਰ ਸਕਦਾ ਹਾਂ। ਪਠਿਓ ਵਿਪ੍ਰਤਾਪ ਕਰਿਓ ਸੋ ਹੋਏ। ਤੋ ਆਪਨ ਥਾਨ ਕਰ ਨਾਤੇ ਹਿਤ ਮੈਂ। ਤੋ ਇਸ ਤਰ੍ਹਾਂ ਕਹਿ ਕਰਕੇ ਨਾ ਸਾਧ ਸੰਗਤ ਜੀ ਜਿਹੜਾ ਚੰਦੂ ਹੈ ਉਹ ਕਹਿੰਦਾ ਵੀ ਤੈਂ ਜੋ ਵੀ ਕੀਤਾ ਚਲੋ ਹੁਣ ਉਹੀ ਹੋਵੇਗਾ,
ਜੋ ਤੈਨੇ ਕਰ ਦਿੱਤਾ ਹੈ ਬ੍ਰਾਹਮਣ ਜੀ। ਇਤੇ ਆਦਿਕ ਕੁਛ ਅਪਰ ਬੜਾਈ। ਵੀ ਹੁਣ ਮੈਂ ਨਹੀਂ, ਇਸ ਕਰਕੇ ਮੈਂ ਤੇਰਾ ਰਿਸ਼ਤਾ ਕੀਤਾ ਹੋਇਆ ਮੋੜਦਾ ਨਹੀਂ, ਵੀ ਚਲੋ ਪੁਰਾਣੀ ਰੀਤ ਮਰਿਆਦਾ ਬਣੀ ਆਵੇ, ਪਰ ਮੈਨੂੰ ਪਸੰਦ ਨਹੀਂ ਹੈ ਰਿਸ਼ਤਾ ਜੇ ਤੂੰ ਆਖੇ ਤਾਂ। ਇਸ ਤਰ੍ਹਾਂ ਦੀਆਂ ਸਾਧ ਸੰਗਤ ਜੀ ਹੋਰ ਬੜੀਆਂ ਗੱਲਾਂ ਜੀਆਂ ਕੀਤੀਆਂ ਹਨ। ਆਪਣੀ ਕਹੀ ਧਾਰ ਹੰਕਾਰ। ਤੇ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਦੀ ਨੇ ਬੜੀ ਨਿੰਦਿਆ ਕੀਤੀ ਤੇ ਆਪਦੇ ਆਪ ਦੀ ਬੜੀ ਵਡਿਆਈ ਕੀਤੀ ਹੈ। ਕਹਿਓ ਸਗਨ ਕੋ ਆ ਬੋਲੇ ਗਮਨਾਹ। ਤੇ ਬਸ ਮਨ ਜਿਹਾ ਢਾ ਕੇ ਜਾਂ ਗੁੱਸੇ ਦੇ ਵਿੱਚ ਕਹਿਣ ਲੱਗਿਆ, ਜਾਓ ਆਂਦਾ ਇੱਥੋਂ ਲੈ ਜਾਓ ਸਗਨ ਤੇ ਪਹੁੰਚ ਜਾਓ ਉਹਨਾਂ ਦੇ ਘਰ ਵਿੱਚ। ਜਥਾ ਜੋਗ ਜੈ ਸੋ ਬੇਵਹਾਰ। ਜਿਹੜਾ ਕੋਈ ਰੀਤ ਰਿਵਾਜ ਬਣਿਆ, ਜਾਓ ਚਲੇ ਜਾਓ ਇੱਥੋਂ ਲੈ ਜਾਓ ਘਰੋਂ ਸਗਨ ਤੇ ਜਾ ਕੇ ਲਾਓ, ਪਰ ਨੀਵਿਆਂ ਨੂੰ ਮੇਰੇ ਘਰ ਦਾ ਤੁਸਾਂ ਜਵਾਈ ਬਣਾ ਦਿੱਤਾ ਹੈ। ਚੰਦੂ ਦਾਰਾ ਨੇ ਸਭ ਦੀਨਸ। ਚੰਦੂ ਦੀ ਪਤਨੀ ਨੇ ਜੋ ਵੀ ਸ਼ਗਨ ਵਿਹਾਰ ਦੀਆਂ ਵਸਤੂਆਂ ਸਨ ਉਹ ਇਹਨਾਂ ਲਾਗੀਆਂ ਨੂੰ ਦੇ ਦਿੱਤੀਆਂ, ਬ੍ਰਾਹਮਣ ਨੂੰ ਨਾਈ ਨੂੰ ਫੜਾ ਦਿੱਤੀਆਂ ਹਨ। ਚੱਲਿਓ ਪੰਥੋ ਦਿਜ ਆਨੰਦ ਧਾਰ। ਤੇ ਬ੍ਰਾਹਮਣ ਬੜਾ ਖੁਸ਼ ਹੁੰਦਾ ਹੋਇਆ ਜਿਹੜਾ ਹੈ ਉਹ ਅੰਮ੍ਰਿਤਸਰ ਸਾਹਿਬ ਨੂੰ ਦਿੱਲੀੋਂ ਚੱਲਿਆ ਹੈ। ਸਮਧੀ ਮਿਲੇ ਮਹਾਤਮ ਜਾਣੈ। ਬ੍ਰਾਹਮਣ ਸਿਆਣਾ ਹੈ, ਕਹਿੰਦਾ ਵੀ ਇਹਨੂੰ ਪਤਾ ਨਹੀਂ ਅਜੇ ਇਹ ਚੰਦੂ ਨੂੰ ਇੱਥੇ ਬੈਠਾ ਹੀ ਫੜਾ ਮਾਰੀ ਜਾਂਦਾ ਹੈ, ਪਰ ਜਦੋਂ ਕਿਤੇ ਮਿਲੇਗਾ ਨਾ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਮਿਲੇਗਾ ਇਹਨੂੰ ਆਪੇ ਪ੍ਰਤਾਪ ਪਤਾ ਲੱਗ ਜਾਵੇਗਾ ਵੀ ਸਤਿਗੁਰੂ ਮਹਾਰਾਜ ਦਾ ਘਰ ਕਿਹੜਾ ਹੈ। ਆਬ ਦੀਵਾਨ ਏਮ ਕਰਤ ਉਚਾਰ। ਤੇ ਹੁਣ ਭਾਵੇਂ ਜਿਹੜਾ ਚੰਦੂ ਹੈ ਸਤਿਗੁਰਾਂ ਦੀ ਨਿੰਦਿਆ ਕਰਦਾ, ਜੋ ਮਰਜ਼ੀ ਆਖੀ ਜਾਵੇ, ਜਦੋਂ ਮਿਲੇਗਾ ਤੇ ਆਪੇ ਗੁੱਸਾ ਠੰਡਾ ਹੋ ਜਾਣਾ, ਕਿਉਂਕਿ ਇਹ ਵੇਖ ਕੇ ਆਇਆ ਮਹਾਰਾਜ ਦੀ ਵਡਿਆਈ। ਤੋ ਇਸ ਤਰ੍ਹਾਂ ਸਾਧ ਸੰਗਤ ਜੀ ਨੇ ਇਸ ਪਾਤਸ਼ਾਹ ਦੇ ਘਰ ਦੀ ਨਿੰਦਾ ਕੀਤੀ। ਇੱਥੇ ਸਮਾਪਤੀ। ਇੱਥੇ ਸਿੱਖ ਨੌਕਰੀ ਕਰਦੇ ਸੀ ਚੰਦੂ ਦੇ ਇੱਥੇ, ਕਿਉਂਕਿ ਸਰਕਾਰ ਦਾ ਘਰ ਹੈ ਨਾ ਇਹ ਜਹਾਂਗੀਰ ਦੇ ਪਾਸ। ਸਿੱਖਾਂ ਨੇ ਜਦੋਂ ਸੁਣਿਆ ਵੀ ਚੰਦੂ ਨੇ ਰਿਸ਼ਤਾ ਤਾਂ ਹਰਗੋਬਿੰਦ ਸਾਹਿਬ ਨੂੰ ਕਰ ਦੇਣ ਲੱਗਾ ਪੁੱਤਰੀ ਦਾ, ਪਰ ਨਕਾਰ ਕੇ ਕੀਤਾ ਵੀ ਜਿਵੇਂ ਪਸੰਦ ਨਹੀਂ ਤੇ ਐਵੇਂ ਬਸ ਚਲਾਵਾਂ ਜਿਹਾ, ਤੇ ਮਹਾਰਾਜ ਦੇ ਘਰ ਨੂੰ ਨੀਵਾਂ ਸਮਝ ਕੇ ਰਿਸ਼ਤਾ ਕਰਨ ਲੱਗਾ, ਉੱਚਾ ਸਮਝ ਕੇ ਨਹੀਂ। ਇਹਨਾਂ ਫਿਰ ਸਾਧ ਸੰਗਤ ਜੀ ਰਾਤ ਨੂੰ ਸ਼ਾਮ ਨੂੰ ਜਦੋਂ ਸੰਗਤ ਇਕੱਠੀ ਹੁੰਦੀ ਗੁਰੂ ਘਰ ਦਿੱਲੀ, ਇੱਥੇ ਧਰਮਸ਼ਾਲਾ ਵਿੱਚ ਸਿੱਖਾਂ ਨੇ ਫਿਰ ਆਖਿਆ ਵੀ ਇਹ ਕੰਮ ਤਾਂ ਬੜਾ ਮਾੜਾ ਹੈ, ਵੀ ਮਹਾਰਾਜ ਤਾਂ ਸਾਥੋਂ ਇੰਨੀ ਮਹਾਰਾਜ ਦੀ ਨਿੰਦਿਆ ਸਹੀ ਨਹੀਂ ਜਾਂਦੀ ਜਿਵੇਂ ਚੰਦੂ ਨੇ ਬਕੜਵਾਦ ਕੀਤਾ। ਇਹਨਾਂ ਫਿਰ ਚਿੱਠੀ ਲਿਖੀ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਮਹਾਰਾਜ ਚੰਦੂ ਤੁਹਾਡੀ ਨਿੰਦਾ ਕਰਦਾ, ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਖੂਹ ਦੱਸਦਾ ਤੇ ਆਪਦੇ ਘਰ ਨੂੰ ਚੁਬਾਰਾ ਦੱਸਦਾ। ਤੇ ਪਾਤਸ਼ਾਹ ਮਹਾਰਾਜ ਸੰਗਤ ਦੀ ਅਰਦਾਸ ਹੈ ਵੀ ਆਪਾਂ ਰਿਸ਼ਤਾ ਨਹੀਂ ਲੈਣਾ ਚੰਦੂ ਦੀ ਧੀ ਦਾ। ਇਹ ਇੱਧਰੋਂ ਸ਼ਗਨ ਲੈ ਕੇ ਤੁਰ ਪਏ ਹੈ ਤੇ ਗਰੀਬ ਨਵਾਜ਼ ਤੁਸੀਂ ਕਿਰਪਾ ਕਰਨੀ। ਤੋ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਵਿੱਚ ਸੰਗਤ ਹਰ ਪ੍ਰਭ ਵਸੈ ਜੀ। ਉਹ ਮਹਾਰਾਜ ਨੇ ਵਚਨ ਪੂਰਾ ਕੀਤਾ। ਸੰਗਤ ਦੇ ਕਹੇ ਤੇ ਫਿਰ ਮਹਾਰਾਜ ਨੇ ਚੰਦੂ ਦੀ ਪੁੱਤਰੀ ਦਾ ਰਿਸ਼ਤਾ ਨਹੀਂ ਲਿਆ ਸੀ। ਗਰੀਬ ਨਵਾਜ਼ ਮਹਾਰਾਜ ਨੇ ਵੀ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੀ ਨਿੰਦਾ ਕਰਦੇ ਹੋ ਇਸ ਘਰ ਦੀ, ਦੂਜਾ ਭਾਈ ਸਾਨੂੰ ਸੰਗਤ ਦਾ ਹੁਕਮ ਹੈ। ਇਸ ਤਰ੍ਹਾਂ ਮਹਾਰਾਜ ਨੇ ਸੰਗਤ ਨੂੰ ਸੀਸ 'ਤੇ ਰੱਖਿਆ, ਸੰਗਤ ਦੇ ਹੁਕਮ ਨੂੰ ਮੰਨਣਾ ਕੀਤਾ। ਉਹ ਅੱਗੇ ਜਿਵੇਂ ਜਿਵੇਂ ਫਿਰ ਸਾਧ ਸੰਗਤ ਜੀ ਚੰਦੂ ਆਪਦੀ ਬੇਇੱਜ਼ਤੀ ਸਮਝ ਕਰਕੇ, ਕਿਉਂਕਿ ਸਭ ਸੰਸਾਰ ਵਿੱਚ ਗੱਲ ਫੈਲ ਗਈ ਵੀ ਮਹਾਨ ਬਾਦਸ਼ਾਹ ਜਹਾਂਗੀਰ ਦੇ ਖਾਸ ਵਜ਼ੀਰ ਦੀਵਾਨ ਅਮੀਰ ਅਹਿਲਕਾਰ ਚੰਦੂ ਦੀ ਧੀ ਦਾ ਰਿਸ਼ਤਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਨਹੀਂ ਲੈਣਾ ਕੀਤਾ। ਇਹਨੇ ਫਿਰ ਇਹਦਾ ਕਾਰਨ ਇਹ ਨਹੀਂ ਹੈ ਵੀ ਕਿਉਂਕਿ ਅਜੇ ਰਿਸ਼ਤਾ ਹੋਇਆ ਨਹੀਂ ਸੀ। ਸ਼ਗਨ ਲਾਉਣ ਜਦੋਂ ਦੂਜੀ ਵਾਰੀ ਗਏ ਤੇ ਇਹਨੇ ਜਿਸ ਹਿਸਾਬ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਘਰ ਨੂੰ ਨਿੰਦਾ ਕੀਤੀ, ਸੰਗਤ ਦੀ ਅਰਦਾਸ ਸੁਣ ਕੇ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਸੰਗਤ ਦਾ ਅਰਦਾਸ ਜਿਹੜਾ ਫਰਮਾਨ ਹੈ ਉਹ ਸੁਣਾ ਦਿੱਤਾ ਸੀ ਵੀ ਸੰਗਤ ਐਂ ਕਹਿੰਦੀ ਭਾਈ ਅਸੀਂ ਸੰਗਤ ਤੋਂ ਬਾਹਰ ਨਹੀਂ ਜਾਵਾਂਗੇ। ਤਾਂ ਫਿਰ ਸਾਧ ਸੰਗਤ ਜੀ ਗੁਰੂ ਘਰ ਦਾ ਚੰਦੂ ਵੈਰੀ ਬਣ ਗਿਆ ਸੀ। ਆਪਣੇ ਹੋਈ ਬੇਇੱਜ਼ਤੀ ਦਾ ਬਦਲਾ ਲੈਣ ਵਾਸਤੇ ਨਿਤਾ ਪ੍ਰਤੀ ਜਿਵੇਂ ਫਿਰ ਅੱਗੇ ਕੁਰੈਤਾਂ ਕਰਦਾ ਮਹਾਰਾਜ ਦੇ ਘਰ ਨਾਲ ਮੱਥਾ ਲਾਵੇਗਾ। ਜਿਵੇਂ ਜਿਵੇਂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਇਹਦਾ ਰਿਸ਼ਤੇ ਦਾ ਜਵਾਬ ਹੋਣਾ ਤੇ ਇੱਕੋ ਵਾਰੀ ਦੋ ਸੱਚੇ ਪਾਤਸ਼ਾਹ ਮਹਾਰਾਜ ਦੀਆਂ ਕੁੜਮਾਈਆਂ ਹੋਣੀਆਂ ਇੱਕੋ ਸਮੇਂ ਹਰਿਮੰਦਰ ਸਾਹਿਬ ਵਿੱਚ ਬੈਠਿਆਂ ਹੋਇਆਂ, ਉਹ ਸਾਰਾ ਬਰਤਾਂਤ ਕਥਾ ਪ੍ਰਸੰਗ ਅੱਗੇ ਆਉਣਗੇ। ਚਿੱਤ ਬਿਰਤੀ ਇਕਾਗਰ ਕਰਕੇ ਰੋਜ਼ ਹਾਜ਼ਰੀ ਭਰ ਕੇ ਸੁਣੀਏ ਜੀ। ਇੱਥੇ ਸਮਾਪਤੀ। ਹੋਈਆਂ ਭੁੱਲਾਂ ਦੀ ਖਿਮਾ ਗਰੀਬ ਨਵਾਜ ਆਪ ਸਾਰੀ ਸੰਗਤ ਦੇ ਦਰ ਹਾਜ਼ਰੇ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇਤੇ
ਦੇਖ ਕੁਛ ਅਪਰ ਬਡਾਈ, ਆਪਨੀ ਕਹੀ ਧਾਰ ਹੰਕਾਰ। ਕਹਿਓ ਸਗਨ ਕੁਆ ਬੋਲੇ ਗਮਨਾਹਾ, ਜਥਾ ਜੋਗ ਜੈਸੋ ਬੇਵਹਾਰ। ਚੰਦੂ ਦਾਰਾ ਨੇ ਸਭ ਦੀਨਸ, ਚੱਲਿਓ ਪੰਥ ਦਿਜ ਆਨੰਦ ਤਾਰ। ਸਮਧੀ ਮਿਲੇ ਮਹਾਤਮ ਜਾਨੈ, ਆਬ ਦੀਵਾਨ ਏਮ ਕਰਤ ਉਚਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।